अपने ज्ञान के अंदर मनुख वागुरु वागुरु बेअंत करते हैं, माला बहुत फेरते हैं, नितनेमी सेवा तप खेचल बेअंत सब जीव करते जिन्होंने अंदर शरद है। ये कोई माड़ी गल नहीं, चंगी है, ये कोई बेअर्थ गल नहीं, इसका बड़ा अर्थ है, बड़ी मददगार है परमार्थ अंदर, मगर ये ज्ञान नहीं होने देते। किते जाके प्रतिबंधक हो जाए, किते जाके प्रतिबंधक हो जाए, अड़िका लाने वाली हो जाए। जे उत्थे जाके उस मोड़ दे उत्ते ये बमान भी त्याग देवे तो ज्ञानी हो जाए, ब्रह्म ज्ञानी हो जाए। मगर ये अध्यास ऐसा बन जाता है, इन्हों छड़दा ही नहीं, कहे तो भी नहीं छड़दा, समझाया भी नहीं छड़दा। रहो विचार, भागन की गल कहो, वाहिगुरू की रजा कहो, ओदी खेड़ कहो। यह बमान देख के इन्होंने समझाया महाराज जी ने, और प्रेम की गल फिर समझाउण लगे। कहते भाई जिथे प्रेम ने टिकाणा मलिया है उथे अज ताईं कोई जाति पाति पहुंची नहीं, जातियां दा मान ना करो, ये तो बच्चों वाली गल्लां मूर्खां वालियां तुसीं करदे हो। दुनिया के लोग भी जातियां दा मान करदे, तुसीं एडे एडे विद्वान ऋषि त्यागी हो के तुसीं भी उही मान करदे हो। उन्हां मूर्खां विच ते तुहाडे च फर्क की होया फिर? समझाउंदे हो ਇਹਦੇ ਲਫ਼ਜ਼ ਨੇ ਟੇਕਦੇ, ਜਿੱਥੇ ਪ੍ਰੇਮ ਨੇ ਟਿਕਾਣਾ ਜਾ ਕੇ ਮੱਲਿਆ ਉਥੇ ਜਾਤ ਪਾਤ ਕੋਈ ਨਾ। ਜਿੱਥੇ ਪ੍ਰੇਮ ਨੇ ਟਿਕਾਣਾ ਜਾ ਕੇ ਮੱਲਿਆ ਉਥੇ ਜਾਤ ਪਾਤ ਕੋਈ ਨਾ। ਜਿੱਥੇ ਪ੍ਰੇਮ ਨੇ ਟਿਕਾਣਾ ਜਾ ਕੇ ਮੱਲਿਆ ਉਥੇ ਜਾਤ ਪਾਤ प्रेम की हद जिहड़ी वो बड़ी उच्ची है, उत्थे तक कोई दुनिया की जाति पाति की उत्तमता पवित्रता महानता नहीं पहुँचती, और उत्थे कोई कर्म धर्म कोई जत जोग तप त्याग नहीं पहुँचता, दान पुण्य नहीं पहुँचता, कोई इलम हिकमत चतराई उस हद ताई नहीं अज ताई पहुँची। ये सब उरे ही रह गई डिग पईयां। प्रेम ने सब तो उच्ची बाजी लई है। जिन्हां अंदर प्रेम है वो बंदे बई सब तो उच्चे ने। तुसी भी चंगे हो, जोगी हो, जती हो, रब दे प्यारे हो, मगर प्रेम का दर्जा सब तो वड्डा है। भावें तुहाडे अंदर है, किसी ब्राह्मण अंदर है, भावें वो किसी चूड़े अंदर है, ते भावें वो किसी विद्वान अंदर है,
ਤੇ ਭਾਵੇਂ ਉਹ ਕਿਸੇ ਅਨਪੜ੍ਹ ਅੰਦਰ, ਭਾਵੇਂ ਗਰੀਬ ਅੰਦਰ ਹੈ, ਭਾਵੇਂ ਅਮੀਰ ਅੰਦਰ ਹੈ, ਭਾਵੇਂ ਰਾਜੇ ਅੰਦਰ ਹੈ, ਭਾਵੇਂ ਪ੍ਰਜਾ ਅੰਦਰ ਹੈ, ਜਿਹਦੇ ਅੰਦਰ ਪ੍ਰੇਮ ਵਾਹਿਗੁਰੂ ਨੇ ਬਖਸ਼ ਦਿੱਤਾ, ਉਹ ਮਨੁੱਖ ਸਭ ਤੋਂ ਵੱਡੇ ਦਰਜੇ ਵਾਲਾ ਹੋ ਗਿਆ। ਸ਼੍ਰੀ ਰਾਮਚੰਦਰ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾ ਕੇ ਕਿਹਾ ਕਿ ਭਾਈ ਚਰਨ ਉਹਦੇ ਧੋ ਕੇ ਪਾਓ, ਸ਼ਹਿਦ ਦੇ ਜਲ ਪਵਿੱਤਰ ਹੋ ਜਾਏ ਔਰ ਤੁਹਾਡਾ ਕੰਮ ਸਰ ਜਾਏ, ਤਕਲੀਫ ਰਫਾ ਹੋ ਜਾਏ। ਜਾਤਾਂ ਪਾਤਾਂ ਧਰਮਾਂ ਕਰਮਾਂ ਦੇ ਰੌਲੇ ਤੇ ਭਰਮ ਵਿੱਚ ਨਾ ਪਓ। ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਭਗਤਾਂ ਦੀ ਜਾਤ ਕੋਈ ਨਹੀਂ ਹੁੰਦੀ। ਹਜ਼ੂਰ ਨੇ ਕਿਹਾ ਕਿ ਪੱਟ ਭਾਂਡਾ ਕਹੇ ਨਾ ਕੋਈ, ਕਿਉਂ ਹੋਇਆ, ਰੇਸ਼ਮ ਹੋਇਆ, ਭਗਤ ਹੋਏ, ਇਹਨਾਂ ਦੀਆਂ ਜਾਤਾਂ ਨਹੀਂ ਹੁੰਦੀਆਂ, ਇਹਨਾਂ ਨੂੰ ਝੂਠ ਨਹੀਂ ਹੁੰਦੀ, ਇਹ ਭਿੱਟ ਨਹੀਂ ਹੁੰਦੇ। ਇਹਨਾਂ ਨੇ ਕਿਸੇ ਨੂੰ ਕੀ ਭਿੱਟਣਾ ਹੈ, ਤਾਂ ਜਿਨ੍ਹਾਂ ਨੂੰ ਲੱਗ ਜਾਣਾ ਉਹਨਾਂ ਨੂੰ ਪਵਿੱਤਰ ਕਰ ਦਿੰਦੇ, ਜੁੱਤੀ ਪਾ ਦੇ ਉਹਨਾਂ ਦੇ ਪੈਰਾਂ 'ਚ, ਉਹ ਪਵਿੱਤਰ ਹੈ। ਕੋਈ ਪਾਪੀ ਉਹਨਾਂ ਦੇ ਚਰਨੀ ਲੱਗ ਜਾਏ, ਉਹ ਪਵਿੱਤਰ ਹੈ। ਕਿਸੇ ਘੋੜੇ ਤੇ ਕਿਸੇ ਸਵਾਰੀ ਤੇ ਚੜ੍ਹਦੇ ਹੈ, ਉਹ ਧੰਨ ਭਾਗੀ ਸਮਝੀ ਜਾਂਦੀ ਹੈ। ਜੇ ਕਿਤੇ ਚਰਨ ਕਿਸੇ ਮਹਾਂਪੁਰਸ਼ ਨੇ ਰੱਖ ਦਿੱਤਾ ਇਹੋ ਜਿਹੇ ਨੇ, ਉਹਨੂੰ ਹੁਣ ਤਾਂ ਹੀ ਦੁਨੀਆ ਮੱਥੇ ਟੇਕਦੀ ਤੇ ਉੱਥੇ ਮਹਿਲ ਮਾੜੀਆਂ ਉਸਾਰ ਕੇ ਦਿਨ ਰਾਤ ਪੂਜਾ ਕਰਦੇ ਨੇ। ਇੰਨੀ ਧਰਤੀ ਉਹ ਪਵਿੱਤਰ ਹੈ, ਉਹਦੀ ਮਿੱਟੀ ਲੈ ਲੈ ਮੱਥੇ ਨੂੰ ਲਾਉਂਦੇ। ਆਪ ਸਮਝਾ ਰਹੇ ਨੇ ਰਿਸ਼ੀਆਂ ਨੂੰ, ਲਓ ਇੱਕ ਵਾਰੀ ਫੇਰ ਪੜੋ, ਜਾਤਾਂ ਪਾਤਾਂ ਤੇ ਧਰਮ ਸਾਰੇ ਜੱਗ ਦੇ, ਭਗਤਾਂ ਦੀ ਜਾਤ ਕੋਈ ਨਹੀਂ। ਜਾਤਾਂ ਪਾਤਾਂ ਤੇ ਧਰਮ ਸਾਰੇ ਜੱਗ ਦੇ, ਭਗਤਾਂ ਦੀ ਜਾਤ ਕੋਈ ਨਾ। ਜਾਤਾਂ ਪਾਤਾਂ ਤੇ ਧਰਮ ਸਾਰੇ ਜੱਗ ਦੇ, ਭਗਤਾਂ ਦੀ ਜਾਤ ਕੋਈ ਨਾ। ਜਾਤਾਂ ਪਾਤਾਂ ਤੇ ਧਰਮ ਸਾਰੇ ਜੱਗ ਦੇ, ਭਗਤਾਂ ਦੀ ਜਾਤ ਕੋਈ ਨਾ। ਜਾਤਾਂ ਪਾਤਾਂ ਤੇ ਧਰਮ ਸਾਰੇ ਜੱਗ ਦੇ, ਭਗਤਾਂ ਦੀ ਜਾਤ ਕੋਈ ਨਾ। ਮੇਰੇ ਪਿਆਰੇ ਦੀ ਭਗਤਾਂ ਦੀ ਜਾਤ ਕੋਈ ਨਾ। ਮੇਰੇ ਪਿਆਰੇ ਦੀ ਭਗਤਾਂ ਦੀ ਜਾਤ ਕੋਈ ਨਾ। ਮੇਰੇ ਪਿਆਰੇ ਦੀ ਭਗਤਾਂ ਦੀ ਜਾਤ ਕੋਈ ਨਾ। ਮਾਤਾ ਤੇ ਧਰਮ ਸਾਰੇ ਜੱਗ ਦੇ, ਭਗਤਾਂ ਦੀ ਜਾਤ ਕੋਈ ਨਾ। ਮਾਤਾ ਤੇ ਧਰਮ ਸਾਰੇ ਜੱਗ ਦੇ, ਭਗਤਾਂ ਦੀ ਜਾਤ ਕੋਈ ਨਾ। श्री रामचंद्र महाराज जी ने जब समझाया, फिर नर्म हो गए साधु लोग। पीलनी ਨੂੰ ਲਿਆਏ ਜਾ ਕੇ, ਮਾਤਾ ਜੀ ਭੈਣ ਜੀ ਚਲੋ, ਮਹਾਰਾਜ ਯਾਦ ਕਰਦੇ ਨੇ। ਲਿਆ ਕੇ ਚਰਨ ਧੋ ਕੇ ਪੀਲਣੀ ਦੇ। ਔਰ ਰਿਸ਼ੀ ਮੁਨੀ ਜਿਹੜੇ ਝਿੜਕਦੇ ਹੁੰਦੇ ਸੀ, ਜਿਹੜੇ ਕਹਿੰਦੇ ਸੀ ਪਿੱਟ ਦਿੱਤਾ, ਤੇ ਮਾਲਕ ਕਿੰਨੇ ਦਿਆਲੂ ਨੇ, ਆਪਣੇ ਭਗਤਾਂ ਦਾ ਕਿੱਡਾ ਮਾਣ ਕਰਨ ਜਾਣਦੇ ਨੇ ਸੰਸਾਰ ਦੇ ਅੰਦਰ। ਉਹੀ ਰਿਸ਼ੀ ਪਾਣੀ ਪਾ ਕੇ ਬਾਟੇ 'ਚ ਚਰਨ ਧੋਂਦੇ ਨੇ, ਉਸੇ ਪੀਲਣੀ ਦੇ, ਔਰ ਚਰਨ ਧੋ ਕੇ ਪੰਪਾ ਸਰ ਵਿੱਚ ਪਾਏ, ਪਾਣੀ ਨਿਰਮਲ ਹੋ ਗਿਆ, ਸੋਹਣਾ ਹੋ ਗਿਆ, शुद्ध हो गया, तकलीफ सारी दूर हो गई। सारे ऋषि मुनि हैरान बड़े सी भी ये कौतक की होया। महाराज जी दे तरलोकी नाथ दे चरण धोके पाए तो नहीं जल पवित्र होया। माता सीता जो पति वर्त है और इन्हां दी चरण दासी है, इन्हां दी जीवन साथन है, रोज दर्शन ते सेवा करदी है, ਉਹਦੇ ਚਰਨ ਧੋਇਆ नहीं, ये शुद्ध होया पानी। लक्ष्मण जी जती ने, 6 जतियां च गिने गए ने, इन्हां दे चरण धो के पाया नहीं, पानी शुद्ध होया। ਆਪਾਂ ਸਾਰੇ ऋषि मुनि
ਜਿਨ੍ਹਾਂ ਨੂੰ ਬੜਾ ਹੀ ਬਹਾਨ ਹੈ ਵੀ ਅਸੀਂ ਬੜੇ ਸੰਤ ਹੈ, ਸਾਡੇ ਚਰਨਾਂ ਨਾਲ ਵੀ ਕੁਝ ਨਹੀਂ ਬਣਿਆ। ਇਹਨੂੰ ਜਿਹਨੂੰ ਅਸੀਂ ਝਿੜਕਦੇ ਸੀ ਰੋਜ਼ ਭਈ ਇਹ ਚੂੜੀ ਹੈ, ਸ਼ੁਦਰਾਣੀ ਹੈ, ਸਾਨੂੰ ਪਿੱਟਦੀ ਹੈ, ਲੱਕੜੀਆਂ ਨਹੀਂ ਸੁੱਟਣ ਦਿੰਦੇ ਸੀ, ਜੇ ਸੁੱਟ ਜਾਵੇ ਤਾਂ ਧੋ ਕੇ ਉਹਨਾਂ ਨੂੰ ਸੁਕਾ ਕੇ ਬਾਲਦੇ ਸੀ। ਇਹਦੇ ਚਰਨਾਂ ਨਾਲ ਪਾਣੀ ਪਵਿੱਤਰ ਹੋ ਗਿਆ ਜਿਹੜਾ ਅਸੀਂ ਪੀਣਾ ਤੇ ਵਰਤਣਾ ਹੈ, ਰੋਜ਼ ਵਰਤਦੇ ਹਾਂ। ਪਰ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਇਹ ਕੌਤਕ ਕੀ ਹੋਇਆ। ਕੌਤਕ ਸਾਰਾ ਉਹਨਾਂ ਦਾ ਵਿਵਾਨ ਤੋੜਨ ਲਈ, ਸਮਝਾਉਣ ਲਈ ਉਪਦੇਸ਼ ਦੇ ਤਰੀਕੇ ਹਨ ਮਹਾਂਪੁਰਸ਼ਾਂ ਦੇ। ਸੋ ਆਓ, ਆਪਾਂ ਸਮਾਂ ਆਪਣਾ ਹੋ ਗਿਆ ਤਕਰੀਬਨ 7:30 ਵੱਜ ਚੱਲੇ ਨੇ। ਥੋੜ੍ਹਾ ਬਹੁਤਾ ਸ਼ਬਦ ਤੇ ਬੱਚੇ ਪੜ੍ਹ ਲੈਣਗੇ, ਹੋਰ ਕੋਈ ਆਪਣੇ 'ਚੋਂ ਪੜ੍ਹਨਾ ਚਾਹੁੰਦਾ ਹੈ ਬੜੀ ਖੁਸ਼ੀ ਨਾਲ ਇੱਕ ਅੱਧਾ ਸ਼ਬਦ ਪੜ੍ਹ ਲਓ 8 ਵਜੇ ਤਾਈਂ। ਇਹ ਬੱਚੇ ਸਤੋਤਰ ਪਹਿਲਾਂ ਪੜ੍ਹਨਗੇ, ਉਸ ਤੋਂ ਬਾਅਦ ਆਪਾਂ ਅਰਦਾਸ ਕਰਾਂਗੇ। ਏਕਾ ਧਾਰਨਾ ਪ੍ਰੇਮ ਨਾਲ ਪੜ੍ਹ ਲਓ। ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾਕੇ ਡੋਰੀਆਂ। ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾਕੇ ਡੋਰੀਆਂ। ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾਕੇ ਡੋਰੀਆਂ। ਸਤਿਗੁਰੂ ਕਿਰਪਾ ਕਰਨ, ਆਪਾਂ ਨੂੰ ਇਸੇ ਤਰ੍ਹਾਂ ਉਹਦੇ ਚਰਨਾਂ ਨਾਲ ਲਾਈ ਰੱਖਣ, ਆਪਣੇ ਚਰਨਾਂ ਦਾ ਸੰਗਤ ਸੇਵਾ ਭਜਨ ਦਾ ਪਿਆਰ ਬਖਸ਼ੀ ਰੱਖਣ। ਹੁਣ ਸਤੋਤਰ ਸੁਣੋ ਬੱਚਿਆਂ ਕੋਲ, ਉਸ ਤੋਂ ਬਾਅਦ ਕਿਸੇ ਸ਼ਰੀਰ ਨੇ, ਬੱਚੇ ਨੇ, ਮਾਈ ਭਾਈ ਨੇ ਸ਼ਬਦ ਪੜ੍ਹਨਾ ਹੋਵੇ ਪ੍ਰੇਮ ਨਾਲ ਪੜ੍ਹ ਸਕਣ। ਨਿਰਗੁਣ ਸਰਗੁਣ ਆਪੇ ਆਪੇ ਪ੍ਰਕਾਸ਼ ਜੀਆ। ਤੀਸਰਾ, ਚੌਥਾ, ਪੰਜਵਾਂ, ਛੇਵਾਂ ਤੱਕ ਆਉਂਦੇ ਆ। ਉੱਥੋਂ ਤਾਈਂ ਆ ਕੇ ਮਸਤਕ ਤਾਈਂ ਫਿਰ ਵੀ ਉੱਪਰਲੇ ਮੰਡਲਾਂ ਚੜ੍ਹਦੇ। ਮਗਰ ਕੁਝ ਐਸੇ ਮਹਾਤਮਾ ਨੇ ਤਜਰਬੇ ਵਾਲੇ, ਜਿਹੜੇ ਛੇਵੇਂ ਚੱਕਰ ਤੋਂ, ਜਿਹੜਾ ਸਾਂਝਾ ਚੱਕਰ ਕਹਿ ਲਓ, ਜਿੱਥੋਂ ਸੂਖਮ ਮੰਡਲ ਖਤਮ ਹੁੰਦੇ ਹੈ, ਸ਼ੁਰੂ ਹੁੰਦੇ ਹੈ, ਔਰ ਸਥੂਲ ਮੰਡਲ ਜਿਹੜੇ ਨੇ ਉਹ ਖਤਮ ਹੋ ਜਾਂਦੇ। ਉਹਨੂੰ ਅਸੀਂ ਤਿਰਕੁਟੀ ਕਹਿੰਦੇ ਹਾਂ। ਆਹ ਥਾਂ ਜਿਹੜਾ ਜਿੱਥੇ ਦੋ ਹੀ ਭਰਵੱਟੇ ਔਰ ਨੱਕ ਦੀ ਜੜ ਜਿਹੜੀ ਹੈ ਇਹ ਇਕੱਠੇ ਹੁੰਦੇ ਹੈ, ਜਿਸ ਥਾਂ ਦੇ ਉੱਤੇ ਪ੍ਰਕਾਸ਼ ਦਾ, ਚੇਤਨ ਦਾ ਵਾਸਾ ਕਿਹਾ, ਸੱਤਾ ਦਾ। ਸੱਚਖੰਡ 'ਚ ਉਤਰ ਕੇ ਸੱਤਾ ਮਸਤਕ ਚੱਕਰ ਦੇ ਅੰਦਰ ਅੱਖਾਂ ਦੇ ਪਿਛਲੇ ਪਾਸੇ ਰਹਿੰਦੀ ਹੈ। ਇਹਦਾ ਸਥਾਨ ਹੈ
ਟਿਕਣ ਦਾ, ਰਹਿਣ ਦਾ, ਔਰ ਇੱਥੋਂ ਸਾਰੇ ਸਰੀਰ ਦੇ ਅੰਦਰ ਇਹ ਸੱਤਾ ਕੰਮ ਕਰਦੀ ਹੈ, ਜਿਹਦੇ ਆਸਰੇ ਨਾਲ ਸਾਰਾ ਸਰੀਰ, ਜਿੰਨਾ ਮੋਟਾ ਸਥੂਲ ਸਰੀਰ ਹੈ, ਉਹਦਾ ਕੰਮ ਕਰਦਾ ਹੈ। ਫੇਫੜੇ ਨੇ, ਦਿਲ ਹੈ, ਹੋਰ ਸਾਰੀਆਂ ਚੀਜ਼ਾਂ ਨੇ ਆਪੋ ਆਪਣਾ ਕੰਮ ਕਰਦੀਆਂ। ਗਿਆਨ ਇੰਦਰੀਏ ਕਰਨ। ਸੁਮਨ ਮੰਡਲ ਦੀ ਮੈਂ ਗੱਲ ਕਹਿਣ ਲੱਗਾ ਸੀ, ਮਾੜਾ ਜਿਹਾ ਇਸ਼ਾਰਾ ਮਾਤਰ। ਜਿੱਥੇ ਸ਼ਬਦ ਨੂੰ ਕਲੀਅਰ ਕੀਤਾ ਉੱਥੇ ਥੋੜ੍ਹੀ ਜਿਹੀ ਹੋਰ ਇਹਦੀ ਕਲੀਅਰੈਂਸ ਜਿਹੜੀ ਹੈ ਉਹ ਕਹਿ ਦੇਣੀ ਕੋਈ ਮਾੜੀ ਗੱਲ ਨਹੀਂ, ਕਿਉਂਕਿ ਅਭਿਆਸ ਕਰਨ ਵਾਲੇ ਲੋਕਾਂ ਦਾ ਥੋੜ੍ਹਾ ਹੋਰ ਇੰਟਰਸਟ ਜਿਹੜਾ, ਧਿਆਨ ਜਿਹੜਾ, ਸ਼ੌਕ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਹੈ। ਤਿਰਕੁਟੀ ਦੇ ਵਿੱਚ ਜਿਸ ਵੇਲੇ ਧਿਆਨ ਲਾ ਕੇ ਗੁਰਮੰਤਰ ਦਾ ਸਿਮਰਨ ਕੀਤਾ ਜਾਂਦਾ ਹੈ ਜਾਂ ਗੁਰੂ ਦਾ ਧਿਆਨ ਕੀਤਾ ਜਾਂਦਾ ਹੈ, ਤਿਰਕੁਟੀ ਤੋਂ ਅੱਗੇ ਫਿਰ ਜੇ ਟਿਕ ਜਾਏ ਨਾ ਸੁਰਤ ਤਿਰਕੁਟੀ ਦੇ ਅੰਦਰ, ਕਾਮਯਾਬੀ ਹੋ ਜਾਏ। ਹੈ ਇਹ ਛੋਟੀ ਛਾਲ ਹੀ ਕੋਈ ਵੱਡੀ ਨਹੀਂ, ਜੇ ਕੋਈ ਤਗੜਾ ਹੋ ਕੇ ਲਾ ਲਵੇ ਨਾ ਤਾਂ ਗੱਲ ਬਣ ਜਾਂਦੀ ਛੇਤੀ। ਤੇ ਫਿਰ ਇਹ ਉਸ ਤੋਂ ਗਾਂ ਜਾਂਦੀ ਚਿਦਾਕਾਸ਼। ਚਿਦਾਕਾਸ਼ ਤੋਂ ਗਾਂ ਹੈ ਮਹਾਕਾਸ਼, ਮਹਾਕਾਸ਼ ਤੋਂ ਗਾਂ ਹੈ ਸੁਮਨ ਮੰਡਲ। ਤਿੰਨ ਹੋਰ ਨੇ, ਜਿਨ੍ਹਾਂ 'ਚ ਇੱਕ ਸੱਚਖੰਡ ਹੈ ਤੇ ਦੋ ਇਹਦੇ ਵਿਚਾਲੇ। ਅਭਿਆਸੀ ਲੋਕ ਜਦ ਅਭਿਆਸ 'ਚ ਬੈਠਦੇ ਹੈ ਔਰ ਕੰਟੀਨਿਊਸਲੀ ਇੱਕ ਰਸ ਨਿਰੰਤਰ ਅਭਿਆਸ ਕਰਦੇ, ਰੋਜ਼ ਅਭਿਆਸ ਕਰਨ ਨਾਲ ਸੁਰਤ ਜਿਹੜੀ ਹੈ ਇਹ ਆਪਣਾ ਰਾਹ ਬਣਾਉਂਦੀ ਹੈ। ਤਿਰਕੁਟੀ ਚੱਕਰ ਤੋਂ ਸ਼ੁਰੂ ਹੋ ਕੇ ਚਿਦਾਕਾਸ਼ ਵਿੱਚ ਜਾਂਦੀ ਹੈ, ਔਰ ਚਿਦਾਕਾਸ਼ ਅੰਦਰ ਜਿੰਨੀਆਂ ਚਿਦਾਕਾਸ਼ ਦੀਆਂ ਚੀਜ਼ਾਂ ਨੇ ਸੂਖਮ ਰੂਪ ਅੰਦਰ ਉਹਨਾਂ ਨੂੰ ਅਨੁਭਵ ਕਰਦੀ ਹੈ। ਤੁਸੀਂ ਕਹੋਗੇ ਵੀ ਕਿਹੜੀਆਂ ਚੀਜ਼ਾਂ ਅੰਦਰ ਜਿਹੜੀਆਂ ਉਹ ਅਨੁਭਵ ਕਰਦੀ ਹੈ? ਹਜ਼ੂਰ ਨੇ ਇੱਕ ਥੱਕਿਆ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਪੀਪਾ ਪ੍ਰਣਵੈ ਪਰਮ ਤਤ ਇਹ ਸਤਿਗੁਰ ਹੋਏ ਲਿਖਾਵੇ। ਹੈ ਸਹੀ। ਮਿਸਾਲ ਦੇ ਤੌਰ ਤੇ ਸਮਝਣ ਲਈ ਇੱਕ ਦਰਖਤ ਦਾ ਬੀਜ ਹੈ, ਅੰਬ ਦੀ ਗੁਠੜੀ ਹੈ, ਚਲੇ ਲੈ ਲਓ, ਮੋਟੀ ਚੀਜ਼ ਹੈ, ਬਹੁਤ ਛੋਟੇ ਬੀਜ ਦੀ ਨੋ ਨਹੀਂ, ਮਿਸਾਲ ਨਹੀਂ ਲੈਂਦੇ। ਅੰਬ ਦੀ ਗੁਠੜੀ ਤੁਸੀਂ ਲੈ ਲਓ ਹੱਥ ਦੇ ਵਿੱਚ, ਭਾਵੇਂ ਪਾੜ ਕੇ ਉਸ ਨੂੰ ਉਹਦੀ ਗਿਰੀ ਕੱਢ ਕੇ ਹੱਥ 'ਚ ਲੈ ਲਓ, ਤੇ ਤੁਸੀਂ ਜੇ ਦੇਖਣ ਲੱਗੋ ਵੀ ਇੱਥੇ ਅੰਬ ਤਾਂ ਇਹਨੂੰ ਕਿਤੇ ਲੱਗਿਆ ਹੋਇਆ ਨਹੀਂ, ਨਾ ਬੂਰ ਲੱਗਿਆ, ਨਾ ਕੋਈ ਪੱਤਾ, ਨਾ ਕੋਈ ਟਾਹਣਾ, ਨਾ ਕੋਈ ਦੀ ਜੜ, ਇਹ ਤਾਂ ਐਵੇਂ ਇੱਕ ਢੇਲੀ ਜੀ। ਤੁਹਾਡੀ ਨਿਗਾਹ ਜਿਹੜਾ ਨਕਸ਼ਾ ਸਾਰਾ ਉਹਦੇ 'ਚ ਬਣਿਆ ਪਿਆ ਨਾ, ਸੂਖਮ ਕਰਕੇ ਕੁਦਰਤ ਨੇ ਪਾਇਆ, ਸੂਖਮ ਕਰਕੇ ਅੰਬ ਦੀ ਸਾਰਾ ਨਕਸ਼ਾ ਜਿਹੜਾ ਹੈ, ਅੰਗ ਅੰਗ ਰੋਮ ਰੋਮ ਪੋਰਾ ਪੋਰਾ ਐਡੇ ਦਰਖਤ ਦਾ ਉਹ ਗੁਠੜੀ ਦੇ ਬੀਜ ਅੰਦਰ ਰੱਖਿਆ। ਮਗਰ ਤੁਹਾਡੀ ਅੱਖ 'ਚ ਇੰਨੀ ਤਾਕਤ ਨਹੀਂ ਕਿ ਇੰਨੀ ਬਰੀਕ ਚੀਜ਼ ਨੂੰ ਉਹ ਦੇਖ ਕੇ ਗਿਆਨ ਕਰ ਸਕੇ ਵੀ ਹਾਂ ਹੈਗਾ। ਤੁਹਾਨੂੰ ਉਹ ਸਾਰਾ ਗੋਲ ਮੋਲ ਇੱਕ ਪਿੰਨਾ ਜਿਹਾ ਜਿਹਦਾ ਛੋਟਾ ਜਿਹਾ, ਉਹ ਦਿਖਾਉਣ ਵਾਸਤੇ ਉਹਦਾ ਇੱਕ ਤਰੀਕਾ ਸਿਆਣੇ ਲੋਕਾਂ ਨੇ ਕੱਢਿਆ ਜਾਂ ਕੁਦਰਤ ਨੇ ਰੱਖਿਆ। ਉਹ ਗੁਠੜੀ ਨੂੰ ਜਿਸ ਤਰ੍ਹਾਂ ਉਹ ਜੰਮ ਸਕਦੀ ਹੈ ਉਹੋ ਜਿਹੀ ਜ਼ਮੀਨ ਬਣਾ ਕੇ ਉਹਦੇ ਸਿਰ ਦੋ ਲਾ ਦਿਓ, ਇੰਨੀ ਡੂੰਘੀ, ਇਸ ਤਰ੍ਹਾਂ ਮਿੱਟੀ, ਆਹ ਗੱਲ, ਇਹਦਾ ਕਿਹੜਾ ਪਾਸਾ ਉੱਪਰ ਨੂੰ ਰੱਖਣਾ, ਕਿਹੜਾ ਹੇਠਾਂ ਨੂੰ ਰੱਖਣਾ। ਜੰਮ ਉਹਨੇ ਹਰ ਤਰ੍ਹਾਂ ਹੀ ਪੈਣਾ, ਪਰ ਜੇ ਹੁਣ ਜੜ ਵਾਲਾ ਪਾਸਾ ਜਿੱਧਰ ਨਿਕਲਣੀ ਤਾਂ ਨੂੰ ਕਰ ਦੋਗੇ, ਫਿਰ ਉਹ ਜੜ ਹੇਠਾਂ ਨੂੰ ਜਾਊਗੀ। ਜੇ ਹੇਠਾਂ ਨੂੰ ਪਹਿਲਾਂ ਹੀ ਰੱਖੋਗੇ ਜਾਂ ਬਰਾਬਰ ਰੱਖੋਗੇ ਤਾਂ ਥੋੜ੍ਹਾ ਈਜ਼ੀ ਹੈ, ਹੋ ਸਕਦਾ ਉਹ ਛੇਤੀ ਗਰੋ ਹੋ ਜਾਏ। ਮਿੱਟੀ ਨਾਲ ਔਰ ਉਹਦੀ ਗਰਮੀ ਨਾਲ, ਪਾਣੀ ਦੀ ਸਲਾਬ ਨਾਲ ਜਿਹੜਾ ਸਾਰਾ ਕੁਛ ਰਲ ਕੇ ਨਿੱਘ ਬਣਨਾ, ਉਹਨੇ ਉਹਨੂੰ ਹਾਲਤ ਨੂੰ ਬਦਲਾਉਣਾ, ਉਹਨੂੰ ਵਿਕਾਰ 'ਚ ਲਿਆਉਣਾ, ਉਸ ਗੁੱਦੇ ਨੂੰ ਫੈਲਾਉਣਾ ਔਰ ਉਸ ਨੂੰ ਉਸ ਸ਼ਕਲ 'ਚ ਲਿਆਉਣਾ ਜਿਹਦੇ ਵਿੱਚੋਂ ਪੱਤੇ ਵੀ ਨਿਕਲਣੇ ਹੈ, ਸਾਰੀਆਂ ਚੀਜ਼ਾਂ ਨਿਕਲ ਕੇ ਇੱਕ ਨਵੀਂ ਸ਼ਕਲ ਉਸ ਢੇਲੇ ਦੀ ਬਣ ਜਾਣੀ। ਜਦੋਂ ਬਾਹਰੋਂ ਤਾਂ ਆਉਣੀ ਨਹੀਂ ਹੈ, ਉਹਦੇ ਵਿੱਚ ਉਹ ਕਿੱਥੋਂ ਨਿਕਲੇ? ਜਦ ਅੰਬ ਦੀ ਗੁਠਲੀ ਫੁੱਟਦੀ ਹੈ ਤਾਂ ਅੰਬ ਨਿਕਲਦਾ ਹੈ, ਤੂਈ ਨਿਕਲਦੀ ਹੈ,
ਉਦੋਂ ਬਾਅਦ ਗਿੱਠਕ ਭਾਰੋ ਹੁੰਦਾ ਹੈ। ਉਹ ਡੰਡੀ ਨਿਕਲੀ, ਰੰਗ ਉਹਦਾ ਬਦਲਿਆ, ਹਰੇ ਰੰਗ ਹੈ, ਔਰ ਉਸ ਦੇ ਵਿੱਚੋਂ ਫਿਰ ਪੱਤੇ ਨਿਕਲੇ ਨੇ ਕਿੰਨੇ ਸੋਹਣੇ ਸੋਹਣੇ। ਉਹ ਗੁਠੜੀ 'ਚੋਂ ਦੀਦੇ ਤਾਂ ਹੈ ਨਹੀਂ ਸੀ, ਅੱਖਾਂ ਨੂੰ ਕਿੱਥੋਂ ਨਿਕਲਿਆ? ਨਿਕਲਣ ਦਾ ਢੰਗ ਹੈ। ਜੇ ਦੇਖਣਾ ਚਾਹੁੰਦੇ ਆ ਤੇ ਇਸ ਢੰਗ ਨਾਲ, ਕੁਦਰਤ ਦੇ ਲਿਹਾਜ਼ ਨਾਲ ਉਹ ਤੁਹਾਨੂੰ ਦਿਸ ਗਏ। ਉਸ ਤੋਂ ਗਾਂਹ ਵੱਡਾ ਹੋਇਆ, ਉਹਦੇ ਟਾਹਣੇ, ਉਹਦਾ ਫੈਲਾਓ ਜਿੱਡਾ ਵੱਡਾ ਹੋਣਾ ਹੋ ਗਿਆ। ਫਿਰ ਉਸ ਨੂੰ ਬੂਰ ਆਇਆ, ਉਸ ਨੂੰ ਅੰਬੀਆਂ ਲੱਗੀਆਂ, ਪੱਕ ਕੇ ਅੰਬ ਬਣ ਗਏ। ਤੁਸੀਂ ਖਾ ਕੇ ਉਹਨਾਂ ਦਾ ਰਸਾ ਵੀ ਲੈ ਲਿਆ। ਵਾਹ ਵਾਹ ਵੀ ਕਰ ਲਈ, ਬੜਾ ਮਿੱਠਾ ਅੰਬ ਹੈ, ਬੜੀ ਚੰਗੀ ਜਾਤ ਦਾ ਅੰਬ ਹੈ, ਬੜੀ ਸੋਹਣੀ ਨਸਲ ਹੈ ਇਹਦੀ, ਤਾਰੀਫਾਂ ਵੀ ਕਰ ਲਈਆਂ। ਮਗਰ ਜਦ ਤੁਸੀਂ ਉਹ ਛੋਟੀ ਗੁਠੜੀ ਅੰਦਰ ਦੇਖਦੇ ਆ ਨਾ, ਤਾਂ ਫਿਰ ਕੁਝ ਵੀ ਨਹੀਂ ਲੱਭਦਾ ਤੁਹਾਨੂੰ। ਜੇ ਤੁਸੀਂ ਉਹਦੇ 'ਚੋਂ ਉਹਦੀ ਸ਼ਕਲ ਸਾਰੀ ਪੈਦਾ ਕਰਦੇ ਜੋ ਕੁਦਰਤ ਨੇ ਰੱਖੀ ਹੈ ਉਹਦੇ ਵਿੱਚ, ਤਾਂ ਫਿਰ ਤੁਸੀਂ ਸਾਰਾ ਕੁਛ ਉਹਦਾ ਦੇਖ ਲੈਂਦੇ, ਔਰ ਤੁਹਾਨੂੰ ਪ੍ਰਤੀਤ ਹੁੰਦੀ ਹੈ ਵੀ ਹਾਂ ਹੈਗਾ। ਮਹਾਰਾਜ ਨੇ ਕਿਹਾ ਹੈ ਤੋ ਸਹੀ, ਬਾਣੀ ਅੰਦਰ ਲਿਖਿਆ ਇਹ ਲਫ਼ਜ਼ ਵਾਸਤੇ ਮਹਾਰਾਜ ਨੇ, ਹੈ ਤੋ ਸਹੀ ਲਖੇ ਜੇ ਕੋਈ ਜਾਣ ਨਾ ਕਰੇ, ਮਿਹਨਤ ਕਰੇ, ਹੈਗਾ ਤਾਂ ਸਹੀ, ਇਹ ਤਾਂ ਨਹੀਂ ਵੀ ਨਹੀਂ ਹੈ। ਇਸੇ ਤਰ੍ਹਾਂ ਨਾਲ ਜਿਹੜੇ ਸੂਖਮ ਮੰਡਲ ਹੈ ਉਹਨਾਂ ਦੇ ਅੰਦਰ ਜੋ ਬ੍ਰਹਿਮੰਡ ਹੈ ਸੋਈ ਪਿੰਡੇ, ਪਿੰਡੇ ਦਾ ਅਰਥ ਸਰੀਰ, ਬ੍ਰਹਿਮੰਡ ਹੈ ਬਾਹਰ ਜੋ ਕੁਛ ਹੈਗਾ। ਕਹਿੰਦੇ ਨੇ ਕਿ ਬਾਹਰਲੀ ਜਿੰਨੀ ਚੀਜ਼ ਤੁਸੀਂ ਦੇਖਦੇ ਹੈ ਉਹ ਸਾਰੀ ਤੁਹਾਡੇ ਸਰੀਰ ਵਿੱਚ ਵੀ ਹੈ। ਉਹਦਾ ਇੱਕ ਨਿੱਕਾ ਨਕਸ਼ਾ ਸੂਖਮ ਬਣਾ ਕੇ, ਬੀਜ ਰੂਪ ਬਣਾ ਕੇ ਇਹਦੇ ਵਿੱਚ ਰੱਖ ਦਿੱਤਾ। मगर हुण जो देखना होवे, ये मन ले जब उन मन रहे तो तीन लोग की बातें कहे। हजूर कहते बाणी कहती है, कोई बंदा नहीं कहता, आप तो विचारते ही हैं। सब कहते ने ये मन जेड़ा, ये मन केड़ा, जेड़ा अनात्माकार होया, जेड़ा पदार्थाकार होया, जेड़ा है दुनिया के परचे विच मगन होया, मस्त होया, बेसुरत होया, ये मन नूं लैके, लैण दा अर्थ होंदा कढ लैना, ਇਹ ਤੋਂ ਕੱਢ ਕੇ ਇਹਨੂੰ ਮੋੜ ਕੇ ਜੇ ਕੋਈ ਅੰਤਰਮੁਖ ਕਰ ਲਵੇ। ਅੰਤਰਮੁਖ ਕਰਨਾ ਕੀ ਹੁੰਦਾ ਹੈ? ਪਦਾਰਥਾਂ ਵੱਲੋਂ ਹਟਾ ਕੇ ਆਤਮ ਦਰਸ਼ਨ ਵਾਲੇ ਨੂੰ ਲਾ ਦੇਣਾ। ਦੈਟਸ ਆਲ, ਜਿਹਨੂੰ ਅਸੀਂ ਸ਼ਬਦ ਦਾ ਅਭਿਆਸ ਕਹਿੰਦੇ। ਅੰਦਰ ਸ਼ਬਦ ਦਾ ਸੁਣਨਾ। ਇੱਕ ਤਾਂ ਨਾ ਵਾਹਿਗੁਰੂ ਚਾਰ ਲਫ਼ਜ਼, ਇੱਕ ਇਹਦਾ ਰੂਪ ਹੈ। ਚਾਰ ਲਫ਼ਜ਼ ਬਜ਼ਾਤੇ ਖੁਦ ਚੇਤਨ ਨਹੀਂ, ਸਥੂਲ ਨੇ, ਨਾਸ਼ਵਾਨ ਨੇ, ਮਗਰ ਜਿਹਨੂੰ ਇਹ ਦੱਸਦੇ ਹੈ ਵਾਹਿਗੁਰੂ ਕਹਿ ਕੇ, ਉਹ ਚੇਤਨ ਹੈ, ਉਹ ਨਾਸ਼ਵਾਨ ਨਹੀਂ, ਉਹ ਸਦਾ ਸਲਾਮਤ। ਜਿਸ ਵੇਲੇ ਅੰਦਰ ਇਹ ਸ਼ਬਦ ਨੂੰ ਚਾਰਾਂ ਆਸਰਾਂ, ਪਹਿਲਾਂ ਸਥੂਲ ਦਾ ਆਸਰਾ ਲਊ ਗੁਰਮੰਤਰ ਦਾ, ਔਰ ਇਹਦਾ ਜਾਪ ਕਰੂ, ਇਹਦੇ 'ਚ ਧਿਆਨ ਜੋੜੂ। ਤਰੀਕਾ ਤਾਂ ਸਾਰਾ ਆਪਣੇ ਧਿਆਨ ਨੂੰ ਬਾਹਰੋਂ ਮੋੜ ਕੇ ਅੰਦਰ ਇਕੱਠਾ ਕਰਨ ਦਾ, ਟਿਕਾਉਣ ਦਾ। ਜੇ ਇਸ ਗੱਲ 'ਤੇ ਮਨ ਲੱਗ ਜਾਏ ਔਰ ਆਦਮੀ ਸਫਲ ਹੋ ਜਾਏ ਤਾਂ ਫਿਰ ਕੀ ਹੁੰਦਾ? जिन्नियां चीज़ां जो ब्रह्मंडे सोई पिंडे किया, ये मन ले जब उन मन रहे। उन मन हुंदा मस्त होके रहना, उन मन हुंदा बिल्कुल टिक के रहना। टिकाओ टिकाओ, मन ने कल्पना ना करनी, बिल्कुल किहड़े निशाने च खड़ा है उसे चैन खड़े रहना। जब इस तरह टिकाओ खा जाए तो फिर तीन लोक की बातें कहे। और अखा मीटियां, दीदी तो कोल पई चीज़ नहीं, तीन लोग की चीज़ कभी दीदी है, किवें दीदी है? महाराज कहते सुरती के मार्ग चल के उल्टी नज़र प्रकाशी। उल्टी नज़र प्रकाशन का की मतलब है? सुरत का रस्ता जिहड़ा अभ्यास है वो करदे हैं। सुरत उल्ट के किदां होई? पहलां बाहर मुख सी, संसार 'ਚ रची हुई ਉਹਨੂੰ कल्पना करी जाती सी, हुण उल्ट के अपने आप की कल्पना करन लग गई देखण दे चाह 'ਚ। उल्टी नज़र प्रकाशी, अगे बाहरलियां चीज़ां का ज्ञान करदी सी, हुण ये अंदरलियां का करन लग गई। इथों हिल के सुरत अभ्यास दे नाल फिर ये तां चिदाकाश जांदी है। ते चिदाकाश दीयां जो सूक्ष्म बीज रूप चीज़ां ने उन्होंने सुरत की अख ते निगाह जिहड़ी है, ज्ञान जिहड़ा है वो इन्ना ज़्यादा वड्डा है। कोट सूर नानक प्रकाश, इन्ना वड्डा ज्ञान है भी तुसीं अंदाज़ा नहीं ला सकते, समझ नहीं सकते सुरत च इन्नी वड्डी शक्ति कित्थों। हथ नहीं लाउणा किसी चीज़ नूं, निगाह दे नाल ही उस नूं हिला देना, चक देना। पढ़ो तुसीं हिस्टरी रीड करो,
ਮਹਾਂਪੁਰਸ਼ਾਂ ਦੀਆਂ ਆਤਮ ਸੱਤਾ ਦੀਆਂ ਗੱਲਾਂ। ਤੇ ਜਿਸ ਵੇਲੇ ਮਹਾਰਾਜ ਗੋਰਖਮਾ ਤੇ ਗਏ ਨੇ, ਆ ਜਾ ਕੇ ਪਿੱਪਲ ਸੁੱਕਾ ਮਹਾਰਾਜ ਨੇ ਬੈਠ ਕੇ ਹਰਾ ਕੀਤਾ, ਤੇ ਉਹ ਸਿੱਧਾਂ ਨੂੰ ਬੜੀ ਚਿੜ ਲੱਗੀ। ਲੋਕ ਆ ਕੇ ਪੂਜਾ ਕਰਨ ਲੱਗੇ, ਮੰਨਣ ਲੱਗੇ ਮਹਾਰਾਜ ਨੂੰ। ਇਹ ਸ਼ਰੀਕਾ ਹੈਗਾ, ਦੁਨੀਆਦਾਰਾਂ ਦਾ ਵੀ ਹੈ, ਪਰਮਾਰਥੀਆਂ ਦਾ ਵੀ ਹੋ ਜਾਂਦਾ, ਗਿਆਨਵਾਨਾਂ ਦਾ ਤਾਂ ਨਹੀਂ ਹੁੰਦਾ। ਸ਼ਕਤੀਆਂ ਦੇ ਅਭਿਮਾਨੀ ਲੋਕ ਜਿਹੜੇ, ਉਹਨਾਂ ਨੂੰ ਅਗਿਆਨੀ ਕਹੋ, ਜਿਹਨੂੰ ਮਹਾਰਾਜ ਜੀ ਨੇ ਕਿਹਾ, ਸਾਹਿਬ ਕਹਿੰਦੇ ਨੇ ਕਿ ਰਿੱਧ ਸਿੱਧ ਅਵਰਾ ਸਾਧ, ਰਿੱਧੀਆਂ ਸਿੱਧੀਆਂ ਦਾ ਜਿਹੜਾ ਸਵਾਦ ਹੈ ਉਹ ਬ੍ਰਹਮ ਗਿਆਨ ਦਾ, ਆਤਮ ਦਰਸ਼ਨ ਦਾ ਸਵਾਦ ਨਹੀਂ, ਇਹਦੂ ਕੁਛ ਵੱਖਰਾ ਸਵਾਦ, ਉਹ ਹੋਰ ਤਰ੍ਹਾਂ ਦੀ ਗੱਲ ਹੈ। ਰਿੱਧ ਸਿੱਧ ਨਾਮੇ ਕੀ ਦਾਸੀ, ਸਾਹਿਬਾਂ ਨੇ ਆਖਿਆ ਜੋਗ ਦੀ ਲੋੜ ਨਹੀਂ, ਨਾਮ ਜਪੋ, ਰਿੱਧੀਆਂ ਸਿੱਧੀਆਂ ਇਹਦੀਆਂ ਸੇਵਾਦਾਰ ਨੇ ਨਾਮ ਦੀਆਂ। अब मैं गल ये कर लगा सी कि वो कहन लगे असीं पिपल ही पट देना, जोगी कहन लगे। जोगियां ने कोई कईयां तो नहीं लेंदियां भी उन्होंने पढ़ते सी, ये किते नहीं लिखिया। उन्होंने अभी योग की शक्ति नाल ना ऐ खड़े होकर निगाह ला के उधरले पासे सुरत सारी मोड़ के हर पासे तो सुरत की धारा नूं वो पिपल दे विच मारिया और पिपल नूं हिला दिता, चक्कण लगे। जड़ जड़ जिस वे कीता उहदियां जड़ां ने तां खिंचिया ते बंदारा कहन लगा महाराज इन्हें तो पट देने, आप किते हेठां ना आ जाइए, परे हो जाओ। हजूर ने हथ ला लिया। साहब कहते मर्दाने ये तो जुगां ताईं इत्थे ही रहूगा, जब तक दुनिया रहू ये पिपल इत्थे रहूगा, इन्नी कोई पट सकदा, उत्थे ही खड़ो गया। ते महाराज ने किहड़ा उहनूं संगल पा के हेठां दबिया बन्निया सी, कुछ नहीं कीता। हथ लाया, हथ विचों दी शक्ति निगाह विचों दी ਉਹਦੇ 'ਚ ਸਿੱਟੀ ਹੈ ਤੇ ਸ਼ਕਤੀ ਨਾਲ ਹੀ ਦੱਬ ਦਿੱਤਾ। ਉਹਨਾਂ ਸ਼ਕਤੀ ਨਾਲ ਚੱਕਿਆ ਸੀ, ਉਹ ਖੇੜਿਆ ਸੀ, ਉਹਨਾਂ ਸ਼ਕਤੀ ਨਾਲ ਉੱਥੇ ਖੜਾ ਕਰ। ਆਪਾਂ ਗੱਲ ਉਸੇ ਪੁਆਇੰਟ ਤੇ ਆਉਂਦੇ ਹਾਂ, ਲੰਮੀ ਨਹੀਂ ਕਰਦੇ, ਕਿਉਂਕਿ ਗੱਲਾਂ ਇਹੋ ਜਿਹੀਆਂ ਆਤਮ ਸ਼ਕਤੀ ਦੀਆਂ, ਅਭਿਆਸ ਦੀਆਂ, ਅੰਤਰੀਵ ਜਿਹੜੀਆਂ ਨੇ ਬੜੀਆਂ ਸਵਾਦ ਦੀਆਂ ਔਰ ਬੜੀਆਂ ਲੰਮੀਆਂ ਚੌੜੀਆਂ ਤੇ ਡੂੰਘੀਆਂ ਸੂਖਸ਼ਮ। ਜੇ ਇਹਨਾਂ ਨੂੰ ਖੋਲ੍ਹਣ ਲੱਗੀਏ, ਕਹਿਣ ਲੱਗੀਏ ਤਾਂ काफ़ी समा और काफ़ी कुछ करना पैंदा है। चिदाकाश अंदर जाएगी सुरत टिक के, और उस तो बाद महाआकाश अंदर जाएगी। महाआकाश दी जिन्नियां चीज़ां ने, कोई शब्द है, कोई रोशनी है, कोई तरह का चिन्ह है, उत्थे तुम सारा क्लीयर दिसूगा, बिल्कुल क्लीयर। और जिस वे सुन मंडल च जाओ, जिन्हों महाराज जी ने कहा सुन मंडल एक जोगी वैसे, नार न पुरख कहो कहो कैसे। कहते दसो, मैं सवाल करदा, वो मुक्त रूप ने कि नहीं मुक्त रूप, वो स्त्री है कि पुरुष रूप ने। सुन मंडल एक जोगी बैठे, नार न पुरख कहो को कैसे। सुन मंडल की गल की है महाराज, जोगियां दा राह सुतुं दा सुंदवारा चढ़ा के सुन होके बहते हैं, कोई कल्पना मन ने नहीं करनी। चित्त बिरती निरोधस जोगा, जोग नाल चित्त दीयां बिरतियां दा निरोध करना, रोकना, रोक करके उन्होंने बिल्कुल टिकाव च एक खड़ियां कर देना। सुन कोई कल्पना, कोई कल्पना करना। सुन मंडल अंदर आख्या सी, जे मेहर गुरां दी होवे सुन मंडल चढ़ जाएगा। इस हिसाब नाल इस तुक नूं इहदे विच लिया सी और रखा गया सी। इशारा सी कि गुरु कृपा तो बिना सुन मंडल की सैर नहीं होंगी, न चिदाकाश की, न तिलकुटी अंदर टिकाव की, न महाआकाश की, न इन्हों तो उपर जोड़े 2-3 मंडल ने उन्होंने। प्रभु चार सुन मंडल की आप व्याख्या करते थे। हूँ शब्द पढ़ो, शब्द सुनो सच, और फिर आप अरदास करते हैं।
ਸੋ ਆਦ ਸਤ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਗੇ ਪਾਵੇ ਤੈ ਪ੍ਰੇਮ ਦਾ ਪਿਆਲਾ ਦਾ ਮਤਲਬ ਹੈ ਰੱਬ ਦੀ ਬੰਦਗੀ, ਨਾਮ ਭਜਨ ਸਿਮਰਨ, ਵਾਹਿਗੁਰੂ ਦੀ ਯਾਦ, ਸ਼ਰਧਾ ਪਿਆਰ। हे मालिक, है वाहिगुरु, जिस उत्ते तू कृपा करदा है
ਉਸ ਨੂੰ ਆਪਣੀ ਭਗਤੀ ਨਾਮਦਾਨ ਬਖਸ਼ਦਾ। ਭਾਵੇਂ ਸਭ ਜੀਵਾਂ ਉੱਤੇ ਤੇਰੀ ਕਿਰਪਾ ਹੈ, ਸਾਰਿਆਂ ਉੱਤੇ ਤੇਰੀ ਪ੍ਰਸੰਨਤਾ ਹੈ, ਸਭ ਨੂੰ ਤੈਂ ਧੀਆਂ ਪੁੱਤਰ ਧਨ ਮਾਲ ਦੌਲਤਾਂ ਖਾਣਾ ਪੀਣਾ ਹੱਸਣਾ ਖੇਡਣਾ ਖੁਸ਼ੀਆਂ ਸਮਾਨ ਰਾਜ ਭਾਗ ਬਖਸ਼ੇ ਨੇ। ਇਹ ਸਭ ਤੇਰੀ ਦਇਆ ਤੇਰੀ ਬਖਸ਼ਿਸ਼ ਤੇਰੀ ਕਿਰਪਾ ਹੈ। ਮਗਰ ਉਹਨਾਂ ਪੁਰਸ਼ਾਂ ਤੇ ਤੇਰੀ ਬੇਅੰਤ ਹੀ ਕਿਰਪਾ ਹੈ ਜਿਨ੍ਹਾਂ ਨੂੰ ਇਸ ਸੰਸਾਰ ਦੇ ਅੰਦਰ ਤੂੰ ਆਪਣਾ ਨਾਮ ਆਪਣੀ ਭਗਤੀ ਆਪਣਾ ਪ੍ਰੇਮ ਸ਼ਰਧਾ ਬਖਸ਼ ਦਿੱਤੀ ਹੈ। ਫਰੀਦ ਜੀ ਦੀ ਬਾਣੀ ਹੈ, ਫਰੀਦਾ ਕਾਲੀ ਜਿਨੀ ਨ ਰਾਵਿਆ ਧੌਲੀ ਰਾਵੇ ਕੋਏ। ਫਰੀਦ ਜੀ ਕਹਿੰਦੇ ਨੇ ਜਿਹਨੇ ਕਾਲੇ ਕੇਸਾਂ ਦੇ ਸਮੇਂ 'ਚ ਯਾਨੀ ਜਵਾਨੀ 'ਚ ਮਾਲਕ ਦੀ ਭਗਤੀ ਨਹੀਂ ਕੀਤੀ ਤਾਂ ਧੌਲੀ ਰਾਵੇ ਕੋਏ। ਬੁੱਢਾ ਹੋ ਕੇ ਚਿੱਟਾ ਸਿਰ ਜਦ ਹੋ ਜਾਂਦਾ ਫਿਰ ਤਾਂ ਕੋਈ ਐਸੇ ਪੁਰਸ਼ਾਂ ਚੋਂ ਭਾਵਾਂ ਨਿਕਲੇ ਜਿਹੜਾ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਏ, ਨਹੀਂ ਤਾਂ ਜੋ ਸੁਭਾਅ ਮੁੜ ਤੋਂ ਲੈ ਕੇ ਪਏ ਹੁੰਦੇ ਨੇ ਉਹਨਾਂ ਸੁਭਾਵਾਂ 'ਚ ਮੋਹ ਮਾਇਆ 'ਚ ਪਰਚਿਆ ਬੰਦਾ ਉਹਨਾਂ 'ਚ ਹੀ ਲੱਗਾ ਰਹਿੰਦਾ, ਕਲਪਨਾ ਕਰਦਾ ਰਹਿੰਦਾ, ਵਾਹਿਗੁਰੂ ਦੇ ਪਾਸੇ ਉਹਦਾ ਮਨ ਹੀ ਨਹੀਂ ਲੱਗਦਾ। ਧੌਲੀ ਰਾਵੇ ਕੋਏ। ਫਿਰ ਆਪ ਉਪਦੇਸ਼ ਕਰਦੇ ਨੇ ਕਿ ਐਸਾ ਨਹੀਂ ਕਰਨਾ चाहिए। ਕਰ ਸਾਈਂ ਸਿਉ ਪਿਰਹੜੀ ਰੰਗ ਨਵੇਲਾ ਹੋਏ। ਹੈ ਮਨੁੱਖ ਹੈ ਮਨ, ਸਾਈਂ ਨਾਲ ਪਿਰਹੜੀ ਹੁੰਦਾ ਪਿਆਰ। ਆਪ ਕਹਿੰਦੇ ਉਸ ਸਾਈਂ ਮਾਲਕ ਨਾਲ ਜੋ ਸਭ ਸੰਸਾਰ ਦਾ ਮਾਲਕ ਹੈ, ਬਣਾਉਣ ਵਾਲਾ ਪਾਲਣ ਵਾਲਾ, ਉਸ ਮਾਲਕ ਨਾਲ ਪ੍ਰੀਤ ਕਰ। ਇਹਦਾ ਮਤਲਬ ਹੈ ਉਹਦੀ ਭਗਤੀ ਕਰ, ਨਾਮ ਜਪ, ਉਹਦੀ ਯਾਦ ਵਿੱਚ ਮਸਤ ਹੋ। ਕਰ ਸਾਈਂ ਸਿਉ ਪਿਰਹੜੀ। ਲਾਭ ਕੀ ਹੋਏਗਾ? ਰੰਗ ਨਵੇਲਾ ਹੋਏ। ਰੰਗ ਹੁੰਦਾ ਪ੍ਰੇਮ। ਪਰਮਾਰਥ ਵਿੱਚ ਰੰਗ ਦਾ ਅਰਥ ਹੈ ਰੱਬ ਦਾ ਪਿਆਰ, ਗੁਰੂ ਦਾ ਪਿਆਰ। ਪਿਆਰ ਦਾ ਅਰਥ ਹੈ ਰੱਬ ਦੀ ਬੰਦਗੀ, ਰੱਬ ਦੀ ਭਗਤੀ। ਬੰਦਗੀ ਔਰ ਭਗਤੀ ਦਾ ਅਰਥ ਹੈ ਸਵਾਸ ਸਵਾਸ ਉਸ ਮਾਲਕ ਨੂੰ ਸਿਮਰਦੇ ਰਹਿਣਾ। ਸੰਸਾਰੀ ਪਦਾਰਥਾਂ ਨੂੰ ਨਾਸ਼ਵਾਨ ਸਮਝਣਾ ਔਰ ਮਾਲਕ ਦੀ ਯਾਦ ਨੂੰ ਆਪਣੀ ਕਲਿਆਣ ਦਾ, ਆਪਣੇ ਭਲੇ ਦਾ ਜ਼ਰੀਆ ਜਾਂ ਸਾਧਨ ਸਮਝਣਾ। ਇਉਂ ਸਮਝ ਕੇ ਮਾਲਕ ਦੀ ਯਾਦ ਵਿੱਚ ਨਾਮ ਸਿਮਰਨ ਸੰਗਤ ਸੇਵਾ ਵਿੱਚ ਲੱਗੇ ਰਹਿਣ। ਆਪ ਕਹਿੰਦੇ ਨੇ ਕਰ ਸਾਈਂ ਸਿਉ ਪਿਰਹੜੀ ਰੰਗ ਨਵੇਲਾ ਹੋਏ। ਨਵੇਲਾ ਹੁੰਦਾ ਨਵਾਂ। ਨਵਾਂ ਰੰਗ ਇੱਕ ਤੈਨੂੰ ਚੜ੍ਹੇ। ਪੁਰਾਣਾ ਰੰਗ ਕਿਹੜਾ ਸੀ? ਦੁਨੀਆ ਦਾ। ਪੁਰਾਣਾ ਰੰਗ ਸੀ ਮੋਹ ਦਾ, ਮਾਇਆ ਦਾ, ਹੱਸਣ ਖੇਡਣ ਖਾਣ ਪੀਣ ਸੰਸਾਰਿਕ ਸੁੱਖਾਂ ਦਾ, ਮਾਣ ਪ੍ਰਤਿਸ਼ਠਾ ਦਾ। ਮਗਰ ਨਵਾਂ ਰੰਗ ਕਿਹੜਾ? ਰੱਬ ਦੀ ਯਾਦ ਦਾ, ਰੱਬ ਦੇ ਪ੍ਰੇਮ ਦਾ। ਉਹ ਰੰਗ ਤੈਨੂੰ ਚੜ੍ਹ ਜਾਏ। ਪਹਿਲਾ ਰੰਗ ਭਲਾ ਮਾੜਾ ਸੀ, ਉਹੀ ਰਹਿਣ ਦੇਣਾ ਸੀ। ਕਹਿੰਦੇ ਨਹੀਂ, ਉਹ ਨਾਸ਼ਵਾਨ ਰੰਗ ਹੈ, ਉਹ ਲੈ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ। ਦੂਜਾ ਉਸ ਰੰਗ ਦੇ ਵਿੱਚ ਨੁਕਸ ਹੈ ਕਿ ਉਹ ਮਨੁੱਖ ਨੂੰ ਮੁੜ ਮੁੜ ਜੰਮਣ ਮਰਨ ਵਿੱਚ, ਨਰਕਾਂ ਸੁਰਗਾਂ ਵਿੱਚ ਲੈ ਜਾਂਦਾ ਹੈ। ਬਾਰ ਬਾਰ ਜੁਗਾਂ ਪਰਜੰਤ ਇਸ ਨੂੰ ਜੂਨਾਂ ਅੰਦਰ ਘੁਮਾਈ ਜਾਂਦਾ ਹੈ ਤਾਂ ਇਹ ਦੁਖੀ ਸੁਖੀ ਪਰੇਸ਼ਾਨ ਹੁੰਦਾ ਰਹਿੰਦਾ ਹੈ। ਇਹ ਨਵੇਂ ਰੰਗ ਦੀ ਕੀ ਸਿਫਤ ਹੈ ਕਿ ਜੰਮਣ ਮਰਨ ਨੂੰ ਕੱਟ ਦਿੰਦਾ ਹੈ,
ਇਹ ਨਾਸ਼ਵਾਨ ਰੰਗ ਨਹੀਂ। ਸਾਹਿਬਾਂ ਨੇ ਬਾਣੀ ਅੰਦਰ ਲਿਖਿਆ ਹੈ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਈ ਨਾ ਲਾਗੇ ਦਾਗਾ। ਰੱਬ ਦਾ ਰੰਗ ਜਿਹੜਾ ਹੈ, ਪ੍ਰੇਮ ਜਿਹੜਾ ਹੈ, ਸ਼ਰਧਾ ਜਿਹੜੀ ਹੈ, ਭਗਤੀ ਦਾ ਰੰਗ ਪਿਆਰ ਜਿਹੜਾ ਹੈ, ਇਹ ਮਸਤੀ ਕਦੇ ਉਤਰਦੀ ਨਹੀਂ। ਦੂਜੇ ਰੰਗ ਦੁਨੀਆ ਦੇ ਲੈ ਜਾਂਦੇ ਨੇ। ਇਹ ਸੰਸਾਰ ਆਪਣੇ ਦੇਖਦਿਆਂ ਕਿੰਨੇ ਰਾਜੇ ਰਾਜ ਭਾਗ ਛੱਡ ਕੇ ਸਾਡੇ ਵਰਗੇ ਵਿਚਾਰੇ ਹੋ ਗਏ। ਮਾਇਆ ਕਾ ਰੰਗ ਸਭ ਫਿੱਕਾ, ਇਹ ਰੰਗ ਫਿੱਕਾ ਪੈਣ ਵਾਲਾ ਹੈ, ਲੈ ਜਾਣ ਵਾਲਾ। बड़े बड़े राजे, बड़े बड़े महाराजे अपनी अखां नाल देखदियां इस समय के अंदर बदल गए। राजपाल गवर्नमेंटां ने ले ले, सारियां गवर्नमेंटां बन गई और जिहड़ा एक पुरखी राज सी, रियासतां दे राजे सी, वो सारे राज तो खाली कर दिते गए। पेंशनां दे दित्तियां गईयां, जागीरां दे दित्तियां गईयां, राज भाग उन्हां दे ले गए। किसी दिन नूं जागीरां और पेंशनां भी नहीं रहणियां, राज बदलते रहिंदे है। ते नीति किहो जी चीज़ है राजियां दी, जिहड़ी प्रामिस करदी है, लोकां नाल वादे करदी है, मगर फिर मुकर जांदी है। नीति च एक बड़ी वड्डी खूबी है, नीति दे हिसाब नाल ਜਦੋਂ ਸਮਾਂ ਆਉਂਦਾ ਉਦੋਂ ਵਾਅਦੇ ਕਰਦੇ ਨੇ, ਜਦੋਂ ਸਮਾਂ ਨਿਕਲ ਜਾਂਦਾ ਆਪਦਾ ਕੰਮ ਦਾ ਤੇ ਉਸ ਵੇਲੇ ਸਾਰੀਆਂ ਗੱਲਾਂ ਤੋਂ ਮੁੱਕਰ ਜਾਂਦੇ। ਅੱਜ ਪੈਨਸ਼ਨਾਂ ਵਾਲਿਆਂ ਨੇ ਰਾਜ ਭਾਗ ਲੈਣ ਦੇ ਬਦਲੇ ਉਹਨਾਂ ਦੇ ਗੁਜ਼ਾਰੇ ਮਾਤਰ ਪੈਨਸ਼ਨਾਂ ਔਰ ਜਗੀਰਾਂ ਦੇ ਦਿੱਤੀਆਂ। ਕੁਛ ਚਿਰ ਤਾਈਂ ਕੋਈ ਗਵਰਨਮੈਂਟ ਆਏਗੀ, ਸਮਾਂ ਆਏਗਾ, ਉਹ ਇਹ ਵੀ ਜ਼ਬਤ ਕਰ ਲੈਣਗੇ ਔਰ ਰਾਜੇ ਵਿਚਾਰੇ ਸਾਡੇ ਵਰਗੇ ਕਿਰਤੀ ਰਹਿ ਜਾਣ। हजूर जी कहते ने गरीब नवाज के गहरी करके नीम खुदाई, ऊपर मंडप छाए, मार कंडे ते कोद काई, जिन तिरन तर मूंड बुलाए। हमरो करता राम स्नेही, काहे रे नर गर्व करत हो, बिन सजाए झूठी देही। मेरी मेरी कैरों करते, दुर्योधन से पाही, 12 जोजन छतर चले था, देही गिरजन खाई। सर्व सोने की लंका होती, रावण से अधकाई, कहाँ पे हो दर बांधे हाथी, खिद में पई पराई। दरबादशाह से करत ठगौरी, जादव ए फल पाए, कृपा करी जन अपने ऊपर, नाम देओ हर गुण गाए। नामदेव जी कहते ने कि हे मालिक, हे वाहिगुरु, हे सतगुरु, तू मेरे ते कृपा की है, मैनू सच्चा सुख दिता है, सच्चा राज दिता है, अपने प्यार का, अपनी बंदगी का, जिहदे च मैं अति प्रसन्न और अति सुखी हाँ। गरीब नवाज, राजियां नूं भी राज तू ही दिते। कैरवां वर्गे, पांडवां वर्गे राजे संसार तो चले गए, लड़ भिड़ के दुखी होके। रावण वर्गे बड़े बड़े राजे बलवान जिहड़े सी, वो भी इस संसार ते हो गए, जिन्हां दी मशहूरी सी कि उहदी लंका ही सोने दी है। महाराज कहंदे 1 लाख पूत, 1.25 लाख नाती, ते रावण कर दिया ना बाती। कदे लखां पुत ते लखां ही पोतरे घरां च खेडदे सी, बैलां च, ते कदे वो दिन भी आया कि कोई दीवा जगाउण वाला भी न रह गया। तो सर जी कहते ने नामदेव जी की बाणी द्वारा कि संसारक सुख सारे मिथ्या ने भाई, ये तो तेरी गुजरान वास्ते ने। 4 दिन इस सरां विच, दुनिया विच तेरे गुजारे लिए सब सामान ढूंढ, सज्जन संत पक्या, ये जिवंदे विछड़े, ओ मोया न जाही छोड़।
ਉਹ ਸਦਾ ਨਾਲ ਰਹਿਣ ਵਾਲੇ ਨੇ, ਇੱਥੇ ਵੀ ਮਦਦ ਕਰਨ ਵਾਲੇ ਹੈ, ਪਰਲੋਕ ਵਿੱਚ ਵੀ ਤੇਰੀ ਮਦਦ ਕਰਨ ਵਾਲੇ ਨੇ। ਮਗਰ ਦੁਨੀਆ ਦਾ ਧਨ ਮਾਲ ਦੌਲਤ, ਧੀਆਂ ਪੁੱਤਰ, ਭੈਣ ਭਰਾ, ਮਿੱਤਰ ਸੱਜਣ, ਰਿਸ਼ਤੇਦਾਰ, ਇੱਥੇ ਜਿਉਂਦੇ ਜੀ ਤਾਂ ਕੋਈ ਮਦਦ ਕਰ ਸਕਦੇ। ਕਈ ਵਾਰੀ ਤਾਂ ਇੱਥੇ ਵੀ ਇਹ ਛੱਡ ਜਾਂਦੇ ਆ ਬਿਪਤਾ ਪਈ ਸੇ। ਹਜ਼ੂਰ ਜੀ ਕਹਿੰਦੇ ਨੇ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੇ। ਸਾਹਿਬ ਕਹਿੰਦੇ ਕਦੇ ਸਮਾਂ ਇਹੋ ਜਿਹਾ ਕਰੜਾ ਆ ਜਾਂਦਾ ਬੰਦੇ ਤੇ ਕਿ ਸੰਸਾਰ ਅੰਦਰ ਇਹਦੇ ਜਿਹੜੇ ਆਪਣੇ ਹੁੰਦੇ ਨੇ ਉਹ ਵੀ ਇਸ ਤੋਂ ਮੂੰਹ ਫੇਰ ਜਾਂਦੇ ਹੈ ਵੀ ਇਹਦੀ ਖੇਚਲ ਕਿਹੜਾ ਚੱਲੂਗਾ। ਕੋਈ ਨਾ ਕੋਈ ਖੇਚਲ ਜਾਊਗਾ, ਇਹਦੇ ਕੋਲ ਪੈਸਾ ਨਹੀਂ, ਧੇਲਾ ਨਹੀਂ, ਘਰ ਨਹੀਂ, ਬਾਹਰ ਨਹੀਂ, ਕੁਝ ਮੰਗੂਗਾ। ਉਹ ਵੀ ਆਉਣੋਂ ਜਾਣੋਂ ਹਟ ਜਾਂਦੇ ਹੈ, ਮਿਲਣੋਂ ਗਿਲਣੋਂ ਹੀ ਹਟ ਜਾਂਦੇ। ਸਾਹਿਬ ਜੀ ਕਹਿੰਦੇ ਨੇ, ਭਲਾ ਜੇ ਐਸੀ ਗੱਲ ਨਾ ਵੀ ਕਦੇ ਹੋਵੇ ਕਿਸੇ ਦੀ ਜ਼ਿੰਦਗੀ ਅੰਦਰ, ਤਾਂ ਆਖਰ ਨੂੰ ਇਹ ਸਭ ਕੁਝ ਛੱਡ ਕੇ ਖਾਲੀ ਹੱਥੀਂ ਚਲਾ ਜਾਂਦਾ। ਇੱਥੋਂ ਦੀ ਕੋਈ ਚੀਜ਼ ਵੀ ਅੱਗੇ ਦਰਗਾਹ ਅੰਦਰ ਇਹਦੀ ਮਦਦ ਲਈ ਨਹੀਂ ਜਾਂਦੀ। ਸਾਹਿਬ ਕਹਿੰਦੇ, ਇੱਕ ਮਹਾਂਪੁਰਸ਼ ਗੁਰਦੇਵ ਐਸਾ ਹੈ ਜਿਹਦਾ ਨਾਮ ਔਰ ਜਿਹਦੀ ਹਸਤੀ ਇਸ ਸੰਸਾਰ ਵਿੱਚ ਵੀ ਇਹਦੇ ਕੰਮ ਆਉਂਦੀ ਹੈ, ਮਦਦਗਾਰ ਹੁੰਦੀ ਹੈ। ਔਰ ਉਹ ਭਜਨ ਬੰਦਗੀ ਔਰ ਮਹਾਂਪੁਰਸ਼ ਦੀ ਆਸ਼ੀਰਵਾਦ ਦਰਗਾਹ ਵਿੱਚ ਵੀ ਇਹਨੂੰ ਛਡਾਉਣ ਵਾਲੀ ਹੋਇਆ ਕਰਦੀ ਹੈ। ਸਾਹਿਬਾਂ ਨੇ ਬਾਣੀ ਅੰਦਰ ਲਿਖਿਆ ਕਿ ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਕ ਵੀ ਭੱਜ ਖਲੇ। ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ, ਲਗੇ ਨ ਤਤੀ ਵਾਓ। ਵਾਹਿਗੁਰੂ ਦਾ ਨਾਮ ਲਿਆ, ਆਪ ਕਹਿੰਦੇ ਨੇ ਕਿ ਉਸ ਨੂੰ ਤਤੀ ਵਾਹ ਨਹੀਂ ਲੱਗਦੀ ਔਰ ਸਾਰੇ ਦੁੱਖ ਉਸਦੇ ਨਿਵਰਤ ਹੋ ਜਾਂਦੇ ਨੇ। ਅਥਵਾ ਹਜ਼ੂਰ ਕਹਿੰਦੇ ਨੇ ਕਿ ਸਾਰੀਆਂ ਚੀਜ਼ਾਂ, ਸਾਰੇ ਸਾਕ ਸੰਬੰਧ ਇਹਨੂੰ ਛੱਡ ਜਾਂਦੇ ਹੈ, ਅਤੀ ਦੁਖੀ ਔਰ ਕੱਲਾ ਰਹਿ ਜਾਂਦਾ ਹੈ। ਪਰ ਜਿਹੜਾ ਕੋਈ ਰੱਬ ਦਾ ਨਾਮ ਲੈਂਦਾ ਹੈ, ਉਹ ਮਨੁੱਖ ਨੂੰ ਇਹ ਹਾਲਤ ਕਦੇ ਵਾਪਰਦੀ ਨਹੀਂ। ਭਾਵੇਂ ਕੋਈ ਚੀਜ਼ ਹੈ ਉਹਦੇ ਕੋਲ, ਭਾਵੇਂ ਨਹੀਂ ਹੈ, ਭਾਵੇਂ ਉਹ ਲੱਖਾਂ ਕਰੋੜਾਂ ਦਾ ਮਾਲਕ ਹੈ, ਭਾਵੇਂ ਉਹ ਪ੍ਰਸ਼ਾਦਾ ਨੂਣ ਪਾ ਕੇ ਛਕਦਾ ਹੈ, ਮਗਰ ਉਹਦੇ ਮਨ ਦੀ ਹਾਲਤ ਕਦੇ ਦੁਖੀ ਔਰ ਪਰੇਸ਼ਾਨ ਨਹੀਂ ਹੁੰਦੀ। ਉਹ ਇਸ ਤਰ੍ਹਾਂ ਰੱਬ ਦੇ ਸ਼ੁਕਰ ਅੰਦਰ ਰਹਿਣ ਜਾਣਦਾ। ਤੁਧ ਪਾਵੇ ਅੱਧੀ ਪਰਵਾਨ, ਜੇ ਕਰ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾ। ਉਹਦਾ ਗਿਆਨ, ਉਹਦੀ ਅਵਸਥਾ ਗੁਰੂ ਦੀ ਬਖਸ਼ੀ ਹੋਈ ਐਸੀ ਬਣ ਜਾਂਦੀ ਹੈ ਕਿ ਉਹ ਸਮਝਦਾ ਹੈ ਕਿ ਸਭ ਕੁਝ ਮਾਲਕ ਦਾ ਹੈ ਔਰ ਇਹ ਆਉਣ ਜਾਣ ਵਾਲਾ ਹੈ। ਇਸ ਦੁਨੀਆ ਦੇ ਉੱਤੇ ਰਾਮ ਗਇਓ ਰਾਵਣ ਗਇਓ, ਜਾਂ ਕੋ ਬ ਪਰਵਾਰ, ਕਹੋ ਨਾਨਕ ਥਿਰ ਕਿਛ ਨਹੀਂ, ਸੁਪਨੇ ਜਿਉ ਸੰਸਾਰ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਇਹਦਾ ਕੋਈ ਪਦਾਰਥ ਸਦਾ ਇਹਦੇ ਨਾਲ ਰਹਿਣ ਵਾਲਾ ਨਹੀਂ ਹੈ। ਮਿਲਦੇ ਰਹਿੰਦੇ, ਵਿਛੜਦੇ ਰਹਿੰਦੇ, ਕਦੇ ਰਾਜਾ ਹੈ, ਕਦੇ ਗਰੀਬ ਹੈ, ਕਦੇ ਤੰਦਰੁਸਤ ਤੇ ਬਲਵਾਨ ਹੈ, ਕਦੇ ਬਿਮਾਰ ਤੇ ਕਮਜ਼ੋਰ ਹੋ ਜਾਂਦੇ। ਆਪ ਕਹਿੰਦੇ ਨੇ ਕਿ ਦੁਨੀਆ ਦੀ ਜੋ ਸੱਤਾ ਹੈ ਔਰ ਸੁੱਖ ਨੇ ਔਰ ਦੁੱਖ ਨੇ, ਇਹ ਸਦਾ ਨਾਲ ਰਹਿਣ ਵਾਲੇ ਨਹੀਂ, ਬਦਲਦੇ ਰਹਿੰਦੇ ਨੇ। ਮਗਰ ਰੱਬ ਦਾ ਨਾਮ, ਮਹਾਂਪੁਰਸ਼ ਦੀ ਆਸ਼ੀਰਵਾਦ, ਇਹ ਸਦਾ ਇਹਦੇ ਨਾਲ ਹੈ, ਲੋਕ ਅੰਦਰ ਵੀ ਪਰਲੋਕ ਅੰਦਰ ਵੀ ਇਹਦੀ ਸਹਾਈ ਹੈ। ਸਾਹਿਬਾਂ ਨੇ ਲਿਖਿਆ ਹੈ, ਜੇ ਮਾਰਗ ਕੇ ਗਨੇ ਜਾਹੇ ਨ ਕੋਸਾ, ਹਰ ਕਾ ਨਾਮ ਉਹਾਂ ਸਭ ਤੋਸਾ। ਜੇ ਪੈਂਦੇ ਮਹਾ ਅੰਧ ਗਵਾਰਾ, ਹਰ ਕਾ ਨਾਮ ਤੈ ਸੰਗ ਉਜਿਆਰਾ। ਇਸ ਤਰ੍ਹਾਂ ਦੇ ਸ਼ਬਦ ਲਿਖ ਕੇ ਸਾਹਿਬਾਂ ਨੇ ਇਹ ਗੱਲ ਸਮਝਾਈ ਹੈ ਕਿ ਮਾਲਕ ਦੀ ਬੰਦਗੀ ਕਰ, ਪ੍ਰੇਰਨਾ ਦਿੱਤੀ ਹੈ ਕਿ ਨਾਮ ਨੂੰ ਜਪ। ਇਹ ਵਾਹਿਗੁਰੂ ਦਾ ਨਾਮ ਤੇਰਾ ਲੋਕ ਪਰਲੋਕ ਅੰਦਰ ਸਹਾਈ ਹੈ। ਆਓ, ਜਿਨ੍ਹਾਂ ਦੇ ਭਾਗਾਂ ਅੰਦਰ ਮਹਾਰਾਜ ਨੇ, ਮਾਲਕ ਨੇ ਇਹ ਲੇਖ ਲਿਖ ਦਿੱਤਾ, ਇਹ ਦਾਤ ਬਖਸ਼ ਦਿੱਤੀ, ਅਪਾਰ ਕਿਰਪਾ ਕੀਤੀ, ਮਨੁੱਖਾਂ ਦੇ ਦਿੱਤੀ, ਅਪਾਰ ਕਿਰਪਾ ਕੀਤੀ। ਜੇ ਧੀਆਂ ਪੁੱਤਰ, ਧਨ ਮਾਲ ਦੌਲਤਾਂ, ਮਹਿਲ ਮਾੜੀਆਂ, ਸੁਖ ਦਿੱਤੇ, ਜ਼ਮੀਨਾਂ ਜਾਇਦਾਦਾਂ,
ਬੇਅੰਤ ਕਿਰਪਾ ਕੀਤੀ। ਜੇ ਸੋਹਣਾ ਰੂਪ ਦਿੱਤਾ, ਤੰਦਰੁਸਤੀ ਦਿੱਤੀ, ਮਾਲਕ ਨੇ ਬੇਅੰਤ ਮਿਹਰ ਕੀਤੀ ਹੈ। ਪਰ ਜੇ ਰੱਬ ਨੇ ਆਪਣਾ ਪਿਆਰ, ਨਾਮ, ਭਗਤੀ ਵੀ ਬਖਸ਼ ਦਿੱਤੀ ਤੇ ਇਹ ਸਭ ਤੋਂ ਵੱਡੀ ਕਿਰਪਾ ਮਾਲਕ ਨੇ ਕੀਤੀ। ਇਸ ਜਗਤ ਦੇ ਅੰਦਰ ਮਾਲਕ ਨੇ ਕੁਝ ਬੰਦੇ ਇਦਾਂ ਦੇ ਵੀ ਹਰ ਵੇਲੇ ਭੇਜੇ ਨੇ, ਸੰਸਾਰ ਤੇ ਰਹਿੰਦੇ ਹੈ, ਜਿਨ੍ਹਾਂ ਨੂੰ ਆਪਣੇ ਨਾਮ ਦੀ ਦਾਤ ਬਖਸ਼ੀ। ਜਿਹਨੂੰ ਮਹਾਰਾਜ ਜੀ ਨੇ ਕਿਹਾ, ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਗੁਰ ਪਾਸੇ। ਗੁਰ ਸਤਗੁਰ ਸੱਚਾ ਸ਼ਾਹ ਹੈ, ਸਿੱਖ ਦੇ ਹਰ ਰਾਸੇ। ਧਨ ਧਨ ਬਣਜਾਰਾ ਬੰਜ ਹੈ, ਗੁਰ ਸ਼ਾਹ ਸਬਾਸੇ। ਜਨ ਨਾਨਕ ਗੁਰਤ ਨਹੀਂ ਪਾਇਆ, ਜਿਨ ਤੁਰ ਲਿਖਤ ਲਿਲਾਟ ਲਿਖਾਸੇ। ਜਿਨ੍ਹਾਂ ਨੂੰ ਤੁਰੋਂ ਲਿਖ ਦਿੱਤਾ, ਉਹਨਾਂ ਨੂੰ ਭਗਤੀ ਦੀ ਦਾਤ ਮਿਲੀ। ਉਹ ਆਪਣੇ ਆਪ ਹੀ ਮਾਲਕ ਦੇ ਦਰ ਤੇ ਆ ਜਾਂਦੇ ਨੇ ਔਰ ਆਪ ਆ ਕੇ ਸ਼ਾਮਲ ਹੋ ਜਾਂਦੇ। ਦੇਖੋ, ਕੁਦਰਤ ਦਾ ਨਿਯਮ ਹੈ। ਮਨੁੱਖ ਇਸ ਗੱਲ ਨੂੰ ਬੜੀ ਮੁਸ਼ਕਲ ਨਾਲ ਸਮਝਦਾ। ਫੁੱਲ ਖਿੜਦੇ ਨੇ, ਭੌਰਿਆਂ ਨੂੰ ਕੋਈ ਸੱਦਣ ਨਹੀਂ ਜਾਂਦਾ, ਰਾਹ ਨਹੀਂ ਦਿਖਾਉਂਦਾ, ਕੋਈ ਨਕਸ਼ਾ ਬਣਾ ਕੇ ਨਹੀਂ ਦਿੰਦਾ ਵੀ ਫਲਾਣੇ ਤਾਂ ਫੁੱਲ ਹੈਗੇ, ਖਿੜੇ ਹੋਏ ਨੇ, ਤੁਸੀਂ ਆਓ। ਜਦੋਂ ਫੁੱਲ ਖਿੜਦੇ ਆ, ਬਹਾਰ ਆਉਂਦੀ ਹੈ, ਭੌਰੇ ਆਪਣੇ ਆਪ ਹੀ ਫੁੱਲਾਂ ਤੇ ਆ ਜਾਂਦੇ, ਲੱਭ ਲੈਂਦੇ ਆ, ਲੱਭਦੇ ਲੱਭਦੇ ਉੱਥੇ ਆ ਜਾਂਦੇ ਨੇ। ਕੁਦਰਤ ਦਾ ਨਿਯਮ ਹੈ। ਇਹ ਸੰਸਾਰ ਇੱਥੇ ਚਾਰ ਨੇ, 6 ਰੁੱਤਾਂ ਆਪੋ ਆਪਣੇ ਮੌਸਮ ਨਾਲ ਆਪੇ ਤੁਰੀਆਂ ਆਉਂਦੀਆਂ। ਚੰਦ, ਸੂਰਜ, ਤਾਰੇ, ਦੁਨੀਆ ਦਾ ਜੋ ਸਿਸਟਮ, ਦਰਿਆਵਾਂ ਦਾ, ਸਮੁੰਦਰਾਂ ਦਾ ਮਾਲਕ ਨੇ ਬਣਾਇਆ, ਹਵਾਵਾਂ ਦਾ, ਆਪਣੇ ਆਪ ਆਪਣੇ ਸਮੇਂ ਨਾਲ ਚਲੀ ਜਾਂਦੀ ਸਾਰੀ ਦੁਨੀਆ। ਇੰਨਾ ਸੰਸਾਰ ਬਣਾਇਆ, ਸਮੇਂ ਨਾਲ ਦਰਖਤਾਂ ਨੂੰ ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਤਾਂ ਹੁੰਦੀਆਂ, ਘਾਹ ਫੂਸ ਪੈਦਾ ਹੁੰਦੇ, ਸਮੇਂ ਨਾਲ ਸੁੱਕ ਸੜ ਮਰ ਜਾਂਦੇ ਨੇ। ਜਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਮਾਲਕ ਨੇ ਪੈਦਾ ਕੀਤੀਆਂ, ਇਹਨਾਂ ਵਾਸਤੇ ਕਿਸੇ ਨੂੰ, ਬੰਦੇ ਨੂੰ ਯਤਨ ਨਹੀਂ ਕਰਨਾ ਪੈਂਦਾ। ਸੂਰਜ ਲਾਈਟ ਦਿੰਦਾ ਸਾਰੀ ਦੁਨੀਆ ਤੇ, ਚਾਨਣ ਦਿੰਦਾ ਸੂਰਜ। ਕਦੇ ਕਿਸੇ ਨੇ ਉਹਦੇ ਬੱਤੀ ਨਹੀਂ ਪਾਈ, ਕਦੇ ਕਿਸੇ ਨੇ ਤੇਲ ਨਹੀਂ ਪਾਇਆ, ਕਦੇ ਕਿਸੇ ਨੂੰ ਇਹ ਸੰਕਲਪ ਹੀ ਨਹੀਂ ਹੋਇਆ ਕਿ ਚਾਨਣ ਦਾ ਕੋਈ ਪ੍ਰਬੰਧ ਕਰਨਾ। ਸਿਰਫ ਇੰਨਾ ਹੀ ਪਤਾ ਲੱਗਦਾ ਕਿ ਦਿਨ ਚੜ੍ਹ ਗਿਆ, ਉੱਠੋ ਬਈ ਕੰਮਕਾਰ ਕਰੋ, ਹੁਣ ਸੌਣ ਦਾ ਵੇਲਾ ਨਹੀਂ। ਜੁਗਾਂ ਜੁਗਾਂ ਤੋਂ ਜਦ ਤੱਕ ਦੁਨੀਆ ਰਹੇਗੀ ਔਰ ਜਦ ਤੋਂ ਬਣੀ ਹੈ, ਮਾਲਕ ਦਾ ਬਖਸ਼ਿਆ ਇਹ ਸਿਸਟਮ ਆਪਣੇ ਆਪ ਚੱਲੀ ਜਾਂਦਾ। ਆਪ ਕਹਿੰਦੇ ਇਸੇ ਤਰ੍ਹਾਂ ਨਾਲ ਜਿਨ੍ਹਾਂ ਦੇ ਮੱਥੇ ਵਿੱਚ ਰੱਬ ਨੇ ਬੰਦਗੀ ਲਿਖੀ ਹੈ, ਉਹ ਬੰਦਗੀ ਵਾਲੇ ਥਾਂ ਆਪੇ ਹੀ ਆ ਜਾਂਦੇ ਆ। ਕੋਈ ਉਹਨਾਂ ਨੂੰ ਸੱਦਣ ਨਹੀਂ ਜਾਂਦਾ, ਨਾ ਕੋਈ ਸੱਦਿਆ ਆਉਂਦਾ ਹੀ ਹੈ। ਆਉਣਾ ਉਹਨੇ ਜਿਹਨੂੰ ਤੋਂ ਹੁਕਮ ਹੈ, ਜਿਹਦੇ ਮਸਤਕ 'ਚ ਲਿਖਿਆ, ਉਹਦੇ ਲੱਖਾਂ ਯਤਨ, ਲੱਖਾਂ ਬਹਾਨੇ ਆਪ ਹੀ ਬਣ ਜਾਣੇ ਨੇ। ਸੋ ਹਜ਼ੂਰ ਸੱਚੇ ਪਾਤਸ਼ਾਹ ਦੀ ਇਸ ਬਣਾਈ ਦੁਨੀਆ ਅੰਦਰ ਕਦੇ ਫਰੀਦ ਜੀ ਆਏ, ਕਬੀਰ ਜੀ ਆਏ, ਨਾਮਦੇਵ ਜੀ ਆਏ, ਸਧਨਾ ਜੀ ਆਏ, ਅਨੇਕਾਂ ਸੰਤ ਭਗਤ ਆਏ, ਹੁਣ ਵੀ ਹਨ, ਗਾਂ ਵੀ ਆਉਂਦੇ ਰਹਿਣਗੇ। ਇੱਥੇ ਆ ਕੇ ਰੱਬ ਦਾ ਨਾਮ ਜਪਿਆ ਔਰ ਦੁਨੀਆ ਨੂੰ ਜਪਾਇਆ। ਜਿਨ੍ਹਾਂ ਚੋਂ ਇੱਕ ਸ਼ੇਖ ਫਰੀਦ ਜੀ ਸਨ, ਜਿਨ੍ਹਾਂ ਦੀ ਮਾਤਾ ਬੜੀ ਰੱਬ ਦੀ ਬੰਦਗੀ ਵਾਲੀ ਸੀ। ਕਈ ਜਨਮਾਂ ਤੋਂ ਉਹਦਾ ਤਪ ਸੀ, ਰੱਬ ਦੀ ਭਗਤ ਸੀ। ਆ ਜਾਮਾ ਉਹਦਾ ਮੁਸਲਮਾਨਾਂ ਦੇ ਘਰ ਦਾ ਸੀ। ਜਦੋਂ ਫਰੀਦ ਜੀ ਨੇ ਉਹਦੇ ਘਰ ਅੰਦਰ ਉਹਦੀ ਗੋਦ ਵਿੱਚ ਜਨਮ ਲਿਆ, ਮਾਂ ਬੰਦਗੀ ਵਾਲੀ ਸੀ, 5 ਵੇਲੇ ਨਵਾਜ਼ਾਂ ਪੜ੍ਹਨ ਵਾਲੀ। ਜਿਸ ਵੇਲੇ ਫਰੀਦ ਛੋਟਾ ਬੱਚਾ ਸੀ ਤਾਂ ਮਾਂ ਨੇ ਉਸ ਨੂੰ ਰੱਬ ਦੀਆਂ ਗੱਲਾਂ ਸੁਣਾਉਣੀਆਂ। ਸਤ ਸੰਗਤ ਅੰਦਰ ਲਿਜਾਣਾ, ਬੈਠਣਾ, ਬੋਲਣਾ, ਰੱਬ ਰੱਬ ਕਰਨਾ, ਉਹਦੀ ਅਕਲ ਅਵਸਥਾ ਅਨੁਸਾਰ ਸਮਝਾਉਂਦੀ ਰਹੀ। ਮਾਂ ਨੂੰ ਇਹ ਗਿਆਨ ਹੁੰਦਾ ਤੇ ਬੱਚਾ ਕਿੰਨਾ ਕੁ ਸਮਝ ਸਕਦਾ, ਕਿਹੜੀ ਗੱਲ ਇਹਨੂੰ ਹੁਣ ਸਮਝਾਉਣੀ ਚਾਹੀਦੀ ਹੈ। ਹੌਲੀ ਹੌਲੀ ਜਿਉਂ ਜਿਉਂ ਵੱਡਾ ਹੁੰਦਾ ਗਿਆ ਫਰੀਦ, ਤਿਉਂ ਤਿਉਂ ਮਾਂ
ਉਸ ਨੂੰ ਲਾਲਚ ਦੇ ਕੇ ਰੱਬ ਦੀ ਬੰਦਗੀ ਕਰਨ ਲਾ ਰੱਖਿਆ ਕਰੇ। ਸ਼ੱਕਰ ਦੇ ਦਿੱਤਾ, ਗੁੜ ਦੇ ਦਿੱਤਾ, ਕੁਛ ਚੀਜ਼ ਦੇ ਦਿੱਤੀ, ਲਾਲਚ ਦੇ ਕੇ ਵੀ ਤੂੰ ਇੰਨੀ ਬੰਦਗੀ ਕਰ ਇੰਨਾ ਚਿਰ ਤੇ ਮੈਂ ਤੈਨੂੰ ਫਿਰ ਆਹ ਚੀਜ਼ ਦਿਆਂਗੀ ਖਾਣ ਨੂੰ, ਸ਼ੱਕਰ ਦਿਆਂਗੀ, ਗੁੜ ਦਿਆਂਗੀ। ਬੱਚਿਆਂ ਨੂੰ ਮਿੱਠੇ ਦਾ ਲਾਲਚ, ਇੱਥੇ ਕੈਂਡੀਆਂ ਗਮ ਨੇ, ਰੋਟੀ ਬਸ਼ਾਕਰਾਂ ਬੱਚਿਆਂ ਨੂੰ ਮਿਲੇ ਤਾਂ ਉਹ ਨਹੀਂ ਮੂੰਹ ਢਿੱਲਾ ਕਰਦੇ। ਜੇ ਕੈਂਡੀ ਦਾ ਗਮ ਨਾ ਮਿਲੇ ਫਿਰ ਤੁਸੀਂ ਉਹਨਾਂ ਦਾ ਮੂੰਹ ਦੇਖੋ ਵੀ ਕਿਹਾ ਜਿਹਾ ਬਣਦਾ। ਮਿੱਠੇ ਦਾ ਲਾਲਚ ਬੱਚੇ ਨੂੰ ਕੁਦਰਤੀ ਹੈ। ਫਰੀਦ ਜੀ ਮਾਂ ਦੀ ਸਿੱਖਿਆ ਨਾਲ, ਮਾਂ ਦੀਆਂ ਰੀਝਾਂ ਨਾਲ, ਮਾਂ ਦੇ ਮਨ ਦੀ ਜੋ ਰੱਬ ਅੱਗੇ ਮੰਗ ਸੀ ਉਹਦੇ ਅਨੁਸਾਰ ਬੜੇ ਭਾਰੇ ਰੱਬ ਦੇ ਭਗਤ ਬਣੇ, ਬ੍ਰਹਮ ਗਿਆਨੀ ਬਣੇ, ਜਿਨ੍ਹਾਂ ਦੀ ਬਾਣੀ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਅੰਦਰ ਲਿਖੀ ਹੈ ਔਰ ਉਸ ਨੂੰ ਸਤਿਕਾਰਿਆ ਔਰ ਉਸ ਨੂੰ ਪ੍ਰਵਾਨ ਕੀਤਾ ਕਿ ਬ੍ਰਹਮ ਗਿਆਨੀ ਪੁਰਸ਼ ਦੀ ਬਾਣੀ। ਫਰੀਦ ਸਾਹਿਬ ਜੀ 3 ਵਾਰ ਘਰੋਂ ਤਪ ਕਰਨ ਲਈ ਗਏ। ਪਹਿਲੀ ਵਾਰ ਤਪ ਕਰਨ ਗਏ ਤਾਂ ਆਪ ਪੱਤੇ ਖਾ ਕੇ, ਫਲ ਖਾ ਕੇ ਗੁਜ਼ਾਰਾ ਕਰਦੇ ਰਹੇ। ਦੂਜੀ ਵਾਰ ਗਏ ਤਪ ਕਰਨ ਤੇ ਕਾਠ ਦੀ ਰੋਟੀ ਵਗੈਰਾ ਆਪਣੇ ਗਲ 'ਚ ਬੰਨ੍ਹ ਲੈਣੀ, ਜਦੋਂ ਭੁੱਖ ਲੱਗਣੀ ਐਵੇਂ ਸੁਭਾਅ ਪੂਰਾ ਕਰਨ ਨੂੰ ਉਹਨੂੰ ਦੇਖ ਲੈਣਾ ਜਾਂ ਮੂੰਹ 'ਚ ਪਾ ਲੈਣਾ। ਰੋਟੀ ਨਹੀਂ ਖਾਧੀ, ਪੱਤੇ ਵਗੈਰਾ ਖਾ ਕੇ ਗੁਜ਼ਾਰਾ ਕੀਤਾ। ਬੜਾ ਭਾਰਾ ਤਪ ਕੀਤਾ, ਖੂਹ ਵਿੱਚ ਪੁੱਠੇ ਲਟਕੇ। ਤੀਜੀ ਵਾਰ ਤਪ ਕਰਨ ਨਾਲ ਆਪ ਸਫਲ ਹੋਏ। ਸਫਲ ਹੋਏ ਕਿਸ ਤਰ੍ਹਾਂ? ਜੰਗਲਾਂ 'ਚ ਭੌਂ ਕੇ ਆ ਕੇ ਆਖਰ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਉਪਦੇਸ਼ ਨਾਲ, ਗਿਆਨ ਨਾਲ ਆਪ ਜੀ ਨੂੰ ਗਿਆਨ ਹੋਇਆ, ਆਪ ਜੀ ਦੀ ਬੰਦਗੀ ਸਫਲ ਹੋਈ। ਤਾਂ ਆਪ ਜੀ ਨੇ ਇੱਕ ਸ਼ੇਰ ਲਿਖਿਆ, ਸ਼ਲੋਕ ਲਿਖਿਆ। ਆਪ ਕਹਿੰਦੇ ਨੇ ਕਿ ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਨ ਕੰਡਾ ਮੋੜੇ, ਵਸੀ ਰੱਬ ਹਿਆਲੀਏ, ਬਾਹਰ ਕਿਆ ਢੂੰਡੇ। ਫਰੀਦਾ ਤੂੰ ਬੜੀ ਗਲਤੀ ਕੀਤੀ। ਜੇ ਕਿਤੇ ਪਹਿਲਾਂ ਹੀ ਗੁਰੂ ਦੇ ਚਰਨਾਂ ਵਿੱਚ ਆਉਂਦਾ, ਵਿਸ਼ਵਾਸ ਕਰਦਾ ਤੇ ਤੈਨੂੰ ਇੰਨੀਆਂ ਠੋਕਰਾਂ ਨਾ ਖਾਣੀਆਂ ਪੈਂਦੀਆਂ। ਜੰਗਲਾਂ 'ਚ ਰਿਹਾ, ਭੁੱਖਾ ਧਿਆਇਆ ਰਿਹਾ, ਕੰਡੇ ਪੈਰਾਂ 'ਚ ਚੁਭੇ, ਅਨੇਕਾਂ ਗਰਮੀਆਂ ਸਰਦੀਆਂ ਦੀਆਂ ਤਕਲੀਫਾਂ ਤੇ ਸਹਾਰੀਆਂ, ਮਗਰ ਜੰਗਲਾਂ 'ਚੋਂ ਤੈਨੂੰ ਕੁਛ ਨਾ ਲੱਭਾ, ਭੁੱਖੇ ਰਹਿ ਕੇ ਤੈਨੂੰ ਕੁਛ ਨਾ ਲੱਭਾ। ਜਦ ਗੁਰੂ ਦੀ ਸੇਵਾ ਅੰਦਰ ਆਇਆ, ਸੰਗਤ ਕੀਤੀ, ਸੇਵਾ ਕੀਤੀ, ਤਾਂ ਉਹ ਰੱਬ ਜਿਹੜਾ ਅੰਦਰ ਵਸਦਾ ਸੀ, ਹਿਆਲੀਏ, ਹਿਰਦੇ ਵਿੱਚ, ਘਟ ਘਟ ਮੇਂ ਹਰਜੂ ਵਸੇ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਕੋਪ ਮਦ ਜੋ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਪਾਈ। ਸਭ ਕਹਿੰਦੇ ਨੇ ਐਸਾ ਜਿਹੜਾ ਗਿਆਨ ਹੈ ਮਾਲਕ ਦਾ, ਅੰਦਰ ਵਸਦੇ ਮਾਲਕ ਨੂੰ ਗੁਰੂ ਨੇ ਗਿਆਨ ਦੇ ਕੇ ਇਸ ਨੂੰ ਸਾਖਸ਼ਾਤ ਕਰ ਦਿੱਤਾ, ਦਿਖਾ ਦਿੱਤਾ, ਪ੍ਰਾਪਤੀ ਕਰਾ ਦਿੱਤੀ। ਫਰੀਦ ਜੀ ਉਪਦੇਸ਼ ਕਰਦੇ ਨੇ ਕਿ ਇਹ ਸੱਜਣ, ਹੇ ਰੱਬ ਨਾਲ ਪ੍ਰੇਮ ਕਰਨ ਵਾਲੇ, ਹੇ ਰੱਬ ਦੇ ਭਗਤ, ਹੇ ਗੁਰਮੁਖ ਲੋਕੋ, ਕੋਈ ਜੰਗਲਾਂ 'ਚ ਢੂੰਡਣ ਨਾ ਜਾਓ ਰੱਬ ਨੂੰ। ਰੱਬ ਤੁਹਾਡੇ ਅੰਦਰ ਹੀ ਹੈ, ਜੰਗਲਾਂ 'ਚੋਂ ਨਹੀਂ ਲੱਭਣਾ। ਜੰਗਲਾਂ ਵਿੱਚ ਬੈਠਿਆਂ ਵੀ ਜਦੋਂ ਲੱਭਣਾ ਤਾਂ ਤੁਹਾਨੂੰ ਤੁਹਾਡੇ ਅੰਦਰੋਂ ਹੀ ਲੱਭਣਾ। ਔਰ ਲੱਭਣਾ ਕਿਵੇਂ? ਨਾ ਭੁੱਖੇ ਰਿਆਂ ਲੱਭਣਾ, ਨਾ ਜੋਗੀ ਜਤੀ ਬਣਿਆ ਲੱਭਣਾ, ਨਾ ਤਪੀ ਬਣਿਆ ਲੱਭਣਾ, ਨਾ ਤੁਹਾਨੂੰ ਭੁੱਖੇ ਮਰਿਆਂ ਵਰਤ ਰੱਖਿਆ ਲੱਭਣਾ। ਲੱਭਣਾ ਤੇ ਕੇਵਲ ਗੁਰੂ ਦੇ ਉਪਦੇਸ਼ ਨਾਲ, ਗੁਰੂ ਦੀ ਆਸ਼ੀਰਵਾਦ ਨਾਲ ਤੁਹਾਨੂੰ ਰੱਬ ਲੱਭਣਾ, ਅੰਦਰੋਂ ਹੀ ਲੱਭ ਜਾਣਾ। ਤਾਂ ਇਸ ਵਾਸਤੇ ਮੇਰਾ ਤਜਰਬਾ ਹੈ ਔਰ ਮੇਰੀ ਇਹ ਤੁਹਾਨੂੰ ਹਦਾਇਤ ਹੈ ਕਿ ਜੰਗਲਾਂ 'ਚ ਨਾ ਭਟਕਿਓ, ਗੁਰੂ ਦੀ ਸੰਗਤ ਔਰ ਸੇਵਾ ਕਰੋ। ਇਹੋ ਹੀ ਬਾਐਨ ਅਸੂਲ ਗੁਰੂ ਨਾਨਕ ਦਾ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਕਿਸੇ ਸੇਵਕ ਨੂੰ ਕਦੇ ਐਸਾ ਉਪਦੇਸ਼ ਨਹੀਂ ਦਿੱਤਾ
ਕਿ ਘਰ-ਬਾਰ ਛੱਡ ਕੇ, ਕੰਮਕਾਰ ਛੱਡ ਕੇ ਜਾ ਕੇ ਜੰਗਲਾਂ ਪਹਾੜਾਂ 'ਚ ਤਪ ਕਰ। ਜਦ ਗੁਰੂ ਦੀ ਹਿਸਟਰੀ ਜੀਵਨੀ ਪੜ੍ਹਦੇ ਹਾਂ, ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਆਏ ਤੇ ਸਹਿਬਾਂ ਗੁਰੂ ਦੀ ਸੰਗਤ ਕਰਕੇ, ਗੁਰੂ ਦੀ ਸੇਵਾ ਕਰਕੇ, ਨਾਮ ਜਪ ਕੇ ਗੁਰੂ ਚਰਨਾਂ 'ਚ ਬੈਠੇ ਹੀ ਗਿਆਨ ਦੀ ਪ੍ਰਾਪਤੀ ਕੀਤੀ। ਗੁਰੂ ਅਮਰਦਾਸ ਮਹਾਰਾਜ ਹਜ਼ੂਰ ਦੇ ਚਰਨਾਂ 'ਚ ਆਏ, ਸੰਗਤ ਸੇਵਾ ਭਜਨ ਕਰਕੇ ਗੁਰੂ ਦੇ ਚਰਨਾਂ 'ਚ ਉੱਥੇ ਪ੍ਰਾਪਤੀ ਕੀਤੀ ਔਰ ਜਗਤ ਗੁਰੂ ਬਣੇ। ਆਪ ਕਿਤੇ ਜੰਗਲਾਂ ਪਹਾੜਾਂ 'ਚ ਨਹੀਂ ਗਏ। ਸਹਿਬਾਂ ਦਾ ਕਿਤੇ ਵੀ ਘਰ-ਬਾਰ ਛੱਡ ਕੇ ਜੰਗਲਾਂ ਪਹਾੜਾਂ ਬਿਆਬਾਨਾਂ 'ਚ ਬਹਿ ਕੇ ਤਪ ਕਰਨ ਦਾ ਜ਼ਿਕਰ ਨਹੀਂ ਆਉਂਦਾ। ਰਹੋ ਵਿਚਾਰ ਜੋ ਗੁਰੂ ਘਰ ਦੇ ਅੰਦਰ ਨਿਯਮ ਹੈ ਬੰਦਗੀ ਦਾ ਔਰ ਸੰਤ ਸੰਪਰਦਾਵਾਂ ਦੇ ਅੰਦਰ ਰੱਬ ਦੀ ਬੰਦਗੀ ਦਾ ਅਸੂਲ ਹੈ, ਉਹ ਇਹੋ ਹੈ ਕਿ ਗੁਰੂ ਸੰਗਤ ਕਰੋ, ਗੁਰੂ ਸੇਵਾ ਕਰੋ, ਨਾਮ ਦਾ ਸਿਮਰਨ ਕਰੋ। ਉਹ ਮਾਲਕ ਤੁਹਾਡੇ ਅੰਦਰ ਹੈ ਔਰ ਅੰਦਰੋਂ ਹੀ ਤੁਹਾਨੂੰ ਪ੍ਰਾਪਤੀ ਹੋਏਗੀ। ਰੱਬ ਦੀ ਪ੍ਰਾਪਤੀ ਲਈ ਜਗ ਜੋਗ ਤਪ ਜਤ ਤਿਆਗ ਤੀਰਥ ਯਾਤਰਾ ਮਤ ਕਰੋ। ਆਪਣੇ ਸ਼ੌਂਕ ਨਾਲ ਦੁਨੀਆ ਦੇਖਣ ਲਈ, ਰੱਬ ਦੇ ਪਿਆਰਿਆਂ ਨੂੰ ਦੇਖਣ ਲਈ, ਰੱਬ ਦੇ ਰੰਗ ਦੇਖਣ ਲਈ ਸਾਰੀ ਦੁਨੀਆ ਤੇ ਫਿਰੋ। ਕੋਈ ਬੰਦਿਸ਼ ਨਹੀਂ, ਕੋਈ ਸੰਕੋਚ ਨਹੀਂ, ਮਗਰ ਇਸ ਵਹਿਮ ਨਾਲ ਨਾ ਜਾਓ ਕਿ ਇਹਨਾਂ ਗੱਲਾਂ ਤੋਂ ਰੱਬ ਮਿਲਦਾ ਹੈ। ਇੱਕ ਥਾਂ ਉੱਤੇ ਹਜ਼ੂਰ ਨੇ ਬਾਣੀ ਅੰਦਰ ਲਿਖਿਆ, ਲਓ ਇੱਕ ਵਾਰੀ ਸ਼ਬਦ ਪੜ੍ਹ ਲਓ, ਫਿਰ ਆਪਾਂ ਇਸ ਮਜ਼ਮੂਨ ਨੂੰ ਚਲਾਉਂਦੇ ਹਾਂ। ਜਿਹਨੂੰ ਪਾਵੇ ਉਹਨੂੰ ਦੇਵੇਂ ਸੱਚੇ ਪਾਤਸ਼ਾਹ, ਸੱਚਾ ਏ ਪਿਆਲਾ ਨਾਮ। ਜਿਹਨੂੰ ਪਾਵੇ ਉਹਨੂੰ ਦੇਵੇਂ ਸੱਚੇ ਪਾਤਸ਼ਾਹ, ਸੱਚਾ ਏ ਪਿਆਲਾ ਵਾਹਿਗੁਰੂ ਦੇ ਨਾਮ ਦਾ, ਸ਼ਰਧਾ ਦਾ, ਪਿਆਰ ਦਾ ਇਹ ਜੋ ਪਿਆਲਾ, ਐਸੀ ਜ਼ਿੰਦਗਾਨੀ ਹੈ, ਐਸਾ ਜਿਉਣਾ ਹੈ, ਮਾਲਕ ਉਹਨੂੰ ਦਿੰਦਾ ਹੈ ਜਿਹਦੇ ਤੇ ਉਹਦੀ ਕਿਰਪਾ ਹੈ। ਜਿਹਨੂੰ ਭਾਵੇ ਉਹਨੂੰ ਦੇ ਦੇਵੇ। ਆਪ ਕਹਿੰਦੇ ਨੇ ਇਸ ਉੱਤੇ ਜ਼ੋਰ ਨਹੀਂ। ਮਹਾਰਾਜ ਜੀ ਨੇ ਬਾਣੀ ਅੰਦਰ ਲਿਖਿਆ, ਆਖਣ ਜ਼ੋਰ ਚੁੱਕੇ न जोर, जोर न मंगन, देन न जोर, जोर न जीवन मर न जोर, जोर न राज माल मंसोर, जोर न सुरती ज्ञान विचार, जोर न जुगती छुटे संसार,
जिस हथ जोर कर वेखे सोए नानक उत्तम नीच न कोई। ਸ਼ਾਇਦ ਕਹਿੰਦੇ ਜ਼ੋਰ ਨਾਲ ਮਾਲਕ ਦੀਆਂ ਦਾਤਾਂ ਨਹੀਂ ਮਿਲਦੀਆਂ। ਜੇ ਜ਼ੋਰ ਨਾਲ ਮਿਲਦੀਆਂ ਹੋਣ ਤਾਂ ਰਾਜੇ ਮਹਾਰਾਜੇ ਸੂਰਮੇ ਬਹਾਦਰ ਆਦਮੀ ਤਾਕਤਾਂ ਵਾਲੇ ਉਹ ਸਾਰੇ ਬਈ ਲੈ ਲੈਣ, ਮਗਰ ਰੱਬ ਦੀਆਂ ਦਾਤਾਂ ਜ਼ੋਰ ਨਾਲ ਨਹੀਂ ਲਈਆਂ ਜਾਂਦੀਆਂ, ਮੰਗ ਕੇ ਪ੍ਰੇਮ ਨਾਲ ਮਾਲਕ ਦੇ ਨਾਲ ਲਈਆਂ ਜਾ ਸਕਦੀਆਂ। ਉਹ ਕਿਰਪਾ ਕਰੇ ਤਾਂ ਸਭ ਕੁਛ ਹੀ ਦੇ ਸਕਦਾ। ਫਰੀਦ ਜੀ ਦੀ ਕਹਾਣੀ ਆਪਾਂ ਕਰ ਰਹੇ ਸਾਂ। ਫਰੀਦ ਸਾਹਿਬ ਬ੍ਰਹਮ ਗਿਆਨੀ ਮਹਾਂਪੁਰਸ਼ ਸੰਸਾਰ ਅੰਦਰ ਹੋਏ। ਆਪ ਜੀ ਨੂੰ ਤਪੀਆਂ ਪੁਰਸ਼ਾਂ ਦੀ, ਤਿਆਗੀਆਂ ਦੀ ਸੰਗਤ ਹੋਈ, ਫਕੀਰਾਂ ਦੀ, ਔਰ ਆਪ ਜੰਗਲਾਂ ਦੇ ਵਿੱਚ ਔਰ ਜਹਾਂ ਤਹਾਂ ਤਪ ਕਰਦੇ ਫਿਰਦੇ ਰਹੇ। ਮਗਰ ਇਸ ਤਰ੍ਹਾਂ ਨਾਲ ਕਰਨ ਨਾਲ ਰੱਬ ਦੀ ਪ੍ਰਾਪਤੀ ਨਾ ਹੋ ਸਕੀ। ਇੱਕ ਵਾਰੀ ਆਪ ਜੰਗਲ ਦੇ ਅੰਦਰ ਤਪ ਕਰਦੇ ਸੀ। ਦਰਖਤ ਦੇ ਨਾਲ ਖੜੇ ਸਨ, ਉੱਪਰ ਕੇਸ ਬੰਨ੍ਹ ਕੇ ਦਰਖਤ ਦੇ ਟਾਹਣੇ ਨਾਲ, ਕਈਆਂ ਲਿਖਿਆ ਪੁੱਠੇ ਲਟਕ ਕੇ ਦਰਖਤ ਨਾਲ ਤਪ ਕਰਦੇ ਸੀ। ਪਰ ਪੁੱਠੇ ਲਟਕ ਕੇ ਤਪ ਕਰਨ ਦਾ ਕੋਈ ਰਿਵਾਜ ਕਿਤਾਬਾਂ ਦੇ ਅੰਦਰ, ਮਹਾਂਪੁਰਸ਼ਾਂ ਦੀ ਜੀਵਨੀ ਅੰਦਰ ਖਾਸ ਨਹੀਂ ਆਇਆ। ਫਰੀਦ ਜੀ ਦੇ ਜੀਵਨ ਤੋਂ ਬਿਨਾਂ ਕਿਸੇ ਹੋਰ ਮਹਾਂਪੁਰਸ਼ ਦੇ ਜੀਵਨ ਅੰਦਰ ਪਿੱਛੇ ਔਰ ਹੁਣ ਵੀ ਦੇਖਣ ਵਿੱਚ ਨਹੀਂ ਆਇਆ। ਕੇਸ ਬੰਨ੍ਹ ਕੇ ਪਿੱਛੇ ਵੀ ਤਪ ਕਰਦੇ ਰਹੇ, ਹੁਣ ਵੀ ਕਰਦੇ ਨੇ। ਸਿਰਫ ਉਹਦਾ ਮਤਲਬ ਇਹ ਹੈ ਕਿ ਸਰੀਰ ਦਾ ਧਰਮ ਹੈ ਕਿ ਆਰਾਮ ਚਾਹੁੰਦਾ ਹੈ। ਰਾਤ ਦੇ ਸਮੇਂ ਨੀਂਦ ਦਾ ਸਮਾਂ ਹੈ, ਕੁਦਰਤੀ ਹੀ ਮਨੁੱਖ ਦੀ ਦੁਨੀਆ ਔਰ ਜੀਵਨ ਅੰਦਰ। ਰਾਤ ਨੂੰ ਜਦ ਜਾਗ ਕੇ ਮਹਾਂਪੁਰਸ਼ ਤਪ ਕਰਦੇ ਨੇ, ਬੰਦਗੀ ਕਰਦੇ ਨੇ, ਤਾਂ ਸਰੀਰ ਨੂੰ ਊਂਘ ਆ ਜਾਂਦੀ ਹੈ। ਊਂਘ ਆਉਣ ਨਾਲ ਇਹ ਡਿੱਗ ਪੈਂਦਾ ਹੈ। ਇਸ ਵਾਸਤੇ ਕੇਸ ਉੱਤੇ ਬੰਨ੍ਹੇ ਜਾਂਦੇ ਨੇ ਜਾਂ ਬਾਹਾਂ ਦੇ ਹੇਠਾਂ ਕੋਈ ਆਸਰਾ ਲਿਆ ਜਾਂਦਾ ਬਗਲਾਂ ਵਿੱਚ ਕਿ ਸਰੀਰ ਡਿੱਗੇ ਨਾ। ਬਸ ਇਹਦਾ ਇੰਨਾ ਹੀ ਕੰਮ ਹੈ। ਬਾਕੀ ਬੰਦਗੀ ਮਨੁੱਖ ਦੀ ਸੁਰਤ ਨੇ, ਇਹਦੇ ਮਨ ਨੇ, ਇਹਦੀ ਸ਼ਰਧਾ ਨੇ, ਇਹਦੇ ਯਕੀਨ ਨੇ, ਇਹਦੇ ਪਿਆਰ ਨੇ ਕਰਨੀ ਹੈ। ਫਰੀਦ ਜੀ ਕੇਸ ਬੰਨ੍ਹ ਕੇ ਤਪ ਕਰ ਰਹੇ ਸੀ ਤਾਂ ਇਹਨਾਂ ਦਾ ਸਾਰਾ ਮਾਸ ਤਾਂ ਇਹ ਸਮਝ ਕੇ ਕਿ ਇਹ ਕੋਈ ਮਰਿਆ ਹੋਇਆ ਬੰਦਾ ਹੈ, ਖਾਣ ਲੱਗ ਪਿਆ। ਫਰੀਦ ਸਾਹਿਬ ਨੇ ਕਿਸੇ ਕਾਂ ਨੂੰ ਹਟਾਇਆ ਨਹੀਂ ਤੇ ਕਾਂ ਖਾਂਦੇ ਰਹੇ। ਪਰ ਫਰੀਦ ਸਾਹਿਬ ਜੀ ਦੇ ਲਫ਼ਜ਼ਾਂ ਅਨੁਸਾਰ ਇਉਂ ਭਾਸ਼ਦਾ ਔਰ ਲਿਖਣ ਵਾਲਿਆਂ ਦਾ ਅੰਦਾਜ਼ਾ ਇਉਂ ਵਿਚਾਰ ਚ ਆਉਂਦਾ ਕਿ ਆਪ ਕਹਿੰਦੇ ਤਲੀਆਂ ਖੂੰਡੇ ਕਾਗ। ਉੱਥੇ ਪੈਰਾਂ ਦੀਆਂ ਤਲੀਆਂ ਨਹੀਂ ਕਹੀਆਂ, ਨਾ ਹੱਥਾਂ ਦੀਆਂ ਕਹੀਆਂ। ਹੋ ਸਕਦਾ ਹੱਥਾਂ ਦੀਆਂ ਤਲੀਆਂ ਨੂੰ ਕਾਂ ਠੁੰਗਦੇ ਹੋਣ, ਮਗਰ ਕਿਹਾ ਹੀ ਜਾਂਦਾ ਕਿ ਉਹ ਪੁੱਠੇ ਲਟਕਦੇ ਸੀ ਤੇ ਪੈਰ ਉੱਪਰ ਨੂੰ ਹੁੰਦੇ ਹੈ, ਪੈਰਾਂ ਦੇ ਉੱਤੇ ਬਹਿ ਕੇ ਕਾਂ ਠੁੰਗਾ ਮਾਰ ਕੇ ਮਾਸ ਖਾਂਦੇ ਸੀ। ਹੋ ਸਕਦਾ ਹੈ। ਤੋ ਫਰੀਦ ਸਾਹਿਬ ਤਪ ਕਰਦੇ ਸਨ। ਇੰਨਾ ਆਪ ਨੇ ਭਾਰਾ ਤਪ ਕੀਤਾ ਕਿ ਕਾਂ ਇਹਨਾਂ ਦਾ ਮਾਸ ਖਾਣ ਲੱਗ ਪਏ। ਲਓ ਸਾਰੇ ਜਾਣੇ ਪ੍ਰੇਮ ਨਾਲ ਪੜ੍ਹਿਓ। ਫਰੀਦ ਜੀ ਨੇ ਜੋ ਕਾਵਾਂ ਨੂੰ ਦੇਖਿਆ ਮਾਸ ਖਾਂਦਿਆਂ ਨੂੰ, ਤੇ ਆਪ ਬੜੇ ਪ੍ਰਸੰਨ ਚਿੱਤ ਹੋ ਕੇ ਕਾਵਾਂ ਨੂੰ ਇੱਕ ਬੇਨਤੀ ਕਰਦੇ ਹੈ। ਕਹਿੰਦੇ ਬਈ ਸੱਜਣੋ, ਤੁਸੀਂ ਮੇਰੇ ਗੁਆਂਢੀ ਹੋ, ਜੰਗਲ 'ਚ ਮੈਂ ਵਸਦਾ ਇੰਨੇ ਵਰ੍ਹਿਆਂ ਦਾ, ਔਰ ਤੁਸੀਂ ਵੀ ਜੰਗਲ 'ਚ ਇਹਨਾਂ ਦਰਖਤਾਂ 'ਚ ਵਸਦੇ ਹੋ। ਮੈਂ ਹੇਠਾਂ ਵਸਦਾ ਦਰਖਤਾਂ ਦੇ, ਤੁਸੀਂ ਉੱਪਰ ਵਸਦੇ ਹੋ। ਮਾਸ ਤਾਂ ਤੁਸੀਂ ਖਾ ਲਓ ਭਾਵੇਂ ਸਾਰਾ,
ਆਪ ਮੇਰੀਆਂ ਦੋ ਅੱਖਾਂ ਜਿਹੜੀਆਂ ਇਹ ਨਾ ਖਾਇਓ। ਕਹਿੰਦਾ ਮੈਂ ਕਿਸ ਵਾਸਤੇ ਕਹਿੰਦਾ ਵੀ ਨਾ ਖਾਇਓ? ਇਸ ਵਾਸਤੇ ਕਿ ਮੇਰੇ ਮਨ ਦਾ ਚਾਅ ਔਰ ਇੱਛਾ ਹੈ ਕਿ ਮੈਂ ਉਸ ਮਾਲਕ ਦੇ ਦਰਸ਼ਨ ਕਰਨੇ ਨੇ। ਅੱਖਾਂ ਤੋਂ ਬਿਨਾਂ ਫਿਰ ਦਰਸ਼ਨ ਨਹੀਂ ਹੋਣੇ। ਜੇ ਅੱਖਾਂ ਤੁਸਾਂ ਖਾ ਲੀਆਂ, ਅੱਖਾਂ ਕਿਰਪਾ ਕਰਕੇ ਨਾ ਮੇਰੀਆਂ ਛੇੜਿਓ। ਹੋਰ ਮਾਸ ਤੁਹਾਨੂੰ ਛੁੱਟੀ ਹੈ, ਬੇਸ਼ੱਕ ਖਾ ਜਾਓ, ਮੈਂ ਨਹੀਂ ਸੀ ਕਰਦਾ। ਲਓ ਸਾਰੇ ਜਾਣੇ ਪਿਆਰ ਨਾਲ ਇਹ ਸ਼ਬਦ ਪੜ੍ਹੋ। ਅੱਖਾਂ ਮੇਰੀਆਂ ਨਾ ਖਾਈ ਕਾਗਾ ਕਾਲਿਆ, ਪੀਆ ਮੈਨੂੰ ਦੇਖ ਲੈਣ ਦੇ। ਅੱਖਾਂ ਮੇਰੀਆਂ ਨਾ ਖਾਈ ਕਾਗਾ ਕਾਲਿਆ, ਪੀਆ ਮੈਨੂੰ ਦੇਖ ਲੈਣ ਦੇ। ਅੱਖਾਂ ਮੇਰੀਆਂ ਨਾ ਖਾਈ ਕਾਗਾ ਕਾਲਿਆ, ਪੀਆ ਮੈਨੂੰ ਦੇਖ ਲੈਣ ਦੇ। ढूंढना पिंजरा वसे तब डर जाए, जित पिंजरे मेरा शावस है, मास ना किदों खाए। पागा कर्म ढंडोलिया सगला पायो नास, ए दो नैना मत छो देखन की आस। अखा मेरिया न खाई का कालिया, पिया मेरी देख ले। मेरिया न खाई का कालिया, पिया मेरी देख ले।
ਜਿਤ ਤਨ ਬਿਰਹਾ ਨ ਉਪਜੈ ਸੋ ਤਨ ਜਾਣ ਵਸਾਣ ਚਿੰਤ ਖਟੋਲਾ ਵਾਣ ਦੁਖ ਬਿਰਹ ਵਿਛਾਵਣ ਲੇਖ ਇਹ ਹਮਾਰਾ ਜੀਵਨਾ ਸੱਜਣ ਮਹਿੰਡਿਆ ਦੇਈ ਸਿਸੋਦਾਰ ਨੈਣ ਮਹੰਜੇ ਤਰਸ ਦੇ ਨੈਣ ਮਹੰਜੇ ਤਰਸ ਦੇ ਪਦ ਪਸੀ ਦੀਦਾਰ ਅੱਖਾਂ ਮੇਰੀਆਂ ਨ ਪਾਈ ਕੰਮ ਕਾਲਿਆ ਪਿਆ ਮੈਂ ਕੀਤਾ। ਗੁਰੂ ਘਰ ਦੇ ਅੰਦਰ ਔਰ ਸੰਤ ਸੰਪਰਦਾਵਾਂ ਅੰਦਰ ਨਾਮ ਜਪਣ ਦਾ ਢੰਗ ਹੋਰ ਹੈ। ਸਾਧੂ ਜੋ ਅਨੇਕਾਂ ਭੇਖ ਨੇ, ਉਹਨਾਂ ਅੰਦਰ ਕੋਈ जोग करके जोग साधन नाल रब का नाम जपदा है, कोई सूरज वाल मूँह करके झाकदा रहिंदा है अखां नाल, इस तरह तप करदा है। कोई अपने लामी 5-7 धूनियां अग दियां लकड़ां दियां बाल के उन्हां दे विच बैठ के तप करदा है। जेठाड़ का महीना अगे बड़ा तत्ता हुंदा है ते होर अग बाल के आपदे शरीर नूं कष्ट दिंदा है। कोई कहंदा मैं रोटी नहीं खानी, भुखा रह के फरीद जी वांग तप करदा है। कोई सारी उम्र पाउंदा ही रहिंदा है, तीर्थ यात्रा करदा है, मैं किते खड़ोना नहीं, एक रात तो वध किते नहीं रहना, सारी उम्र इस तरह तुरिया रहिंदा है। कोई यज्ञ करदा है, कोई तप करदा है, कोई कुछ करदा है, कोई कुछ करदा है। मगर एक संपरदा साधुओं की इहो जी है जिहदे अंदर रब की बंदगी समाधि ला के एक मन हो के कीती जाती है, नाम जपया जाता है। कोई तप नहीं किया जाता, भुखे नहीं रहा जाता, नंगे नहीं रहा जाता। कोई त्याग नहीं बहुता किया जाता, तो संसार छड़ के जंगलों चले जाओ, ऐसिया बातें नहीं की जाती। नाम जपण का तरीका जो महापुरुषों का सीना बसीना बड़ी दूर तो चलिया आउंदा है।
ਸ਼ਮਸ ਤਬਰੇਜ਼ ਵਰਗੇ ਮਹਾਂਪੁਰਸ਼ਾਂ ਨੇ ਜਿਸ ਤਰ੍ਹਾਂ ਨਾਮ ਜਪਿਆ, ਔਰ ਇਸ ਤਰ੍ਹਾਂ ਹੋਰ ਮਹਾਂਪੁਰਸ਼ਾਂ ਨੇ ਨਾਮ ਜਪੇ, ਉਹ ਜਪਣ ਦਾ ਤਰੀਕਾ ਗੁਰੂ ਘਰ ਵਿੱਚ ਵੀ ਉਸੇ ਤਰ੍ਹਾਂ ਹੀ ਆਇਆ, ਥੋੜੇ ਥੋੜੇ ਅਸੂਲਾਂ ਦੇ ਫਰਕ ਨਾਲ। ਗੁਰੂ ਘਰ ਦੀ ਆਪਾਂ ਗੱਲ ਕਰਨੀ ਹੈ। ਸਾਹਿਬਾਂ ਦੇ ਘਰ ਵਿੱਚ ਨਾਮ ਜਪਣ ਦਾ ਤਰੀਕਾ ਕੀ ਹੈ? ਸੁਰਤ ਔਰ ਨਾਮ ਨੂੰ ਰਲਾ ਕਰਕੇ ਜਪਣਾ। ਮਤਲਬ ਹੈ ਸੁਰਤ ਸ਼ਬਦ ਜੋਗ। ਨਾਮ ਜਪਣ ਦਾ ਤਰੀਕਾ ਸੁਰਤ ਨੂੰ ਖਾਸ ਥਾਂ ਉੱਤੇ ਟਿਕਾ ਕੇ, ਜਿੱਥੇ ਗੁਰਦੇਵ ਦੱਸੇ ਉੱਥੇ ਗੁਰੂ ਦੇ ਬਖਸ਼ੇ ਮੰਤਰ ਨੂੰ ਜਪੀ ਜਾਣਾ। ਨਿਯਮ ਇਹ ਰੱਖਣਾ ਇਹਦੇ ਅੰਦਰ ਕਿ ਸੁਰਤ ਜਿਹੜੀ ਹੈ ਉਹ ਸ਼ਬਦ ਦੇ ਵਿੱਚ ਰਵੇ, ਬਾਹਰ ਨਾ ਨਿਕਲੇ ਔਰ ਕੋਈ ਚਿਤਵਣੀ ਨਾ ਕਰੇ, ਕੇਵਲ ਨਾਮ ਦੇ ਅੰਦਰ ਮਸਤ ਹੋ ਜਾਏ ਸੁਰਤ, ਨਾਮ ਦੇ ਵਿੱਚ ਸੁਰਤ ਰਚ ਜਾਏ। ਇਸ ਤਰ੍ਹਾਂ ਨਾਮ ਨੂੰ ਜਪਣਾ। ਨਾਮ ਦੋ ਤਰ੍ਹਾਂ ਦਾ ਗੁਰੂ ਘਰ ਦੇ ਅੰਦਰ ਕਿਹਾ ਗਿਆ। ਇੱਕ ਨਾਮ ਹੈ ਵਰਣਾਤਕ ਆਤਮਕ ਨਾਮ, ਜਿਹਨੂੰ ਅਸੀਂ ਅੱਖਰੀ ਨਾਮ ਕਹਿੰਦੇ, ਜਿਹਨੂੰ ਸਾਹਿਬਾਂ ਲਿਖਿਆ ਅੱਖਰੀ ਨਾਮ। ਜਿਸ ਤਰ੍ਹਾਂ ਵਾਹਿਗੁਰੂ 4 ਅੱਖਰਾਂ ਦਾ ਇੱਕ ਸ਼ਬਦ ਹੈ ਵਾਹਿਗੁਰੂ, ਜੋ ਗੁਰਮੰਤਰ ਹੈ ਗੁਰੂ ਘਰ ਦੇ ਅੰਦਰ, ਮਗਰ ਇਹ ਅੱਖਰੀ ਨਾਮ ਹੈ। ਸੰਸਕ੍ਰਿਤ ਦੀ ਬੋਲੀ ਅੰਦਰ ਵਰਣਾਤਮਕ ਨਾਮ ਇਹਦਾ ਨਾਮ ਹੈ। ਇਹਦਾ ਆਸਰਾ ਲੈ ਕੇ ਸੁਰਤ ਦੇ ਨਾਲ ਰਲਾ ਕੇ ਜਪਣਾ। ਇਹ ਅੱਖਰ ਜਿਹੜੇ ਨੇ ਸਿਮਰਨ ਕਰਦਿਆਂ ਕਰਦਿਆਂ ਅਲੋਪ ਹੋ ਜਾਂਦੇ ਹੈ, ਔਰ ਅੱਖਰ ਜਿਹੜੀ ਚੀਜ਼ ਨੂੰ ਦੱਸਦੇ ਨੇ, ਜੋ ਨਾਮ, ਜੋ ਚੇਤਨ, ਜੋ ਆਤਮਾ ਅੰਦਰ ਹੈ, ਸੁਰਤ ਉਹਦੇ ਵਿੱਚ ਰਚ ਜਾਂਦੀ ਹੈ। ਉਹਦੀ ਧੁਨਕਾਰ ਅੰਦਰ, ਉਹਦੇ ਸ਼ਬਦ ਅੰਦਰ ਰਚ ਜਾਂਦੀ ਹੈ, ਤੇ ਅੱਖਰ ਜਿਹੜੇ ਨੇ ਉਹ ਸੁਰਤ ਵਿੱਚ ਆਉਣੋਂ ਹਟ ਜਾਂਦੇ ਹੈ। ਜਦੋਂ ਇਹ ਅਵਸਥਾ ਹੋਵੇ ਤਾਂ ਉੱਥੇ ਉਸੇ ਹੀ ਨਾਮ ਦਾ, ਵਾਹਿਗੁਰੂ ਦਾ ਨਾਮ ਹੈ ਧੁਨ ਆਤਮਕ ਨਾਮ। ਪਹਿਲਾ ਸੀ ਅੱਖਰੀ ਨਾਮ ਵਰਣਾਤਮਕ ਨਾਮ, ਫਿਰ ਇਹਦਾ ਨਾਮ ਹੈ ਧੁਨ ਆਤਮਕ ਨਾਮ। ਧੁਨੀ ਰੂਪ ਹੋ ਜਾਣਾ, ਅੱਖਰ ਕੋਈ ਨਾ ਰਹਿਣਾ, ਵਾਹਿਗੁਰੂ ਦੀ ਆਵਾਜ਼ ਜਿਹੜੀ ਹੈ ਉਹੀ ਇਕੱਲੀ ਰਹਿ ਜਾਣੀ। ਸੁਰਤ ਦੀ ਇੰਨੀ ਪ੍ਰੈਕਟਿਸ ਹੋ ਜਾਣੀ, ਇੰਨੀ ਸਹਿਜ ਅਵਸਥਾ ਹੋ ਜਾਣੀ ਬਾਰ ਬਾਰ ਕਹਿਣ ਨਾਲ ਕਿ ਉਹ ਆਵਾਜ਼ ਇਕੱਲੀ ਰਹਿ ਜਾਣੀ ਸੁਰਤ ਵਿੱਚ। ਅੱਖਰਾਂ ਵੱਲ ਬਿਲਕੁਲ ਸੁਰਤ ਦਾ ਧਿਆਨ ਔਰ ਬਣਾਓ ਹਟ ਜਾਣਾ। ਇਹਨੂੰ ਕਹਿੰਦੇ ਧੁਨ ਆਤਮਕ ਨਾਮ। ਧੁਨ ਆਤਮਕ ਨਾਮ ਅੰਦਰ ਜੋ ਸਹੀ ਨਾਮ ਦੀ ਸ਼ਕਲ ਹੈ, ਵਜੂਦ ਹੈ, ਜਦੋਂ ਉਹਦੇ ਵਿੱਚ ਸੁਰਤ ਚਲੀ ਜਾਏ ਸਿਮਰਨ ਕਰਦੇ ਹਾਂ, ਫਿਰ ਇਹ ਸੁਰਤ ਉੱਪਰ ਸੱਚਖੰਡ ਵੱਲ ਨੂੰ ਚੱਲਦੀ ਹੈ। ਦਰਜਾ ਬਦਰਜਾ 6 ਮੰਡਲਾਂ ਦੇ ਵਿੱਚੋਂ ਦੀ ਹੁੰਦੀ ਸੁਰਤ ਸੱਚਖੰਡ ਵਿੱਚ ਪਹੁੰਚਦੀ ਹੈ, ਜਿਹਨੂੰ ਮਹਾਰਾਜ ਨੇ ਲਿਖਿਆ ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਉਸ ਅਵਸਥਾ ਅੰਦਰ, ਉਸ ਥਾਂ ਅੰਦਰ ਸੁਰਤ ਜਾ ਕੇ ਜਿਉਂ ਜਲ ਨੇ ਜਲ ਆਏ ਖਟਾਨਾ, त्यों ज्योति संग ज्योत समान। सूरज किरण मिले जल का जल हुआ राम। इस तरह नाल सुरती सचखंड दे विच महान आत्मा दे अंदर जिथों
ਨਿਕਲ ਕੇ ਹੇਠਾਂ ਸਰੀਰ ਵਿੱਚ ਆਈ ਸੀ ਉੱਥੇ ਵਾਪਸ ਜਾ ਕੇ ਸਮਾ ਜਾਂਦੀ ਹੈ ਔਰ ਮਹਾਨ ਆਨੰਦ ਨੂੰ ਪ੍ਰਾਪਤ ਹੁੰਦੀ ਹੈ। ਜਿੱਦਾਂ ਨਦੀ ਦਰਿਆ ਪਹਾੜਾਂ ਤੋਂ ਰੁੜ ਕੇ ਮੈਦਾਨਾਂ ਵਿੱਚ ਦੀ ਹੋ ਕੇ ਸੈਂਕੜੇ ਮੀਲ ਸਫ਼ਰ ਤੈਅ ਕਰਕੇ ਦਿਨ ਰਾਤ ਸਮੁੰਦਰ ਜਾ ਕੇ ਪੈ ਜਾਂਦਾ ਹੈ ਤੇ ਸਦਾ ਲਈ ਉਹਦੇ ਵਿੱਚ ਸਮਾ ਜਾਂਦਾ ਹੈ। ਇਸੇ ਤਰ੍ਹਾਂ ਸੁਰਤ ਵੀ ਸੰਸਾਰ 'ਚ ਭੱਜੀ ਫਿਰਦੀ ਗੁਰੂ ਸੰਗਤ ਔਰ ਗੁਰੂ ਉਪਦੇਸ਼ ਨਾਲ ਆਪਣੇ ਅੰਦਰ ਮੁੜ ਕੇ ਆਉਂਦੀ ਹੈ ਔਰ ਅੰਦਰ ਸਫ਼ਰ ਕਰਦੀ ਹੋਈ ਇਹ ਉੱਪਰ ਸੱਚਖੰਡ ਅੰਦਰ ਜਾ ਕੇ ਸਮੁੰਦਰ ਰੂਪ ਜੋ ਹੈ ਉਹਦੇ ਵਿੱਚ ਸਮਾ ਜਾਂਦੀ ਹੈ। ਗੁਰੂ ਘਰ ਦੇ ਅੰਦਰ ਜੋ ਨਾਮ ਜਪਣ ਦਾ ਤਰੀਕਾ ਹੈ ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਔਰ ਸਾਰੇ ਗੁਰੂ ਸਾਹਿਬਾਨ ਦੀ ਜੇ ਜੀਵਨੀ ਵੱਲ ਇਸ ਤਰੀਕੇ ਵੱਲ ਆਪਾਂ ਝਾਤ ਪਾਈਏ ਤਾਂ ਪਤਾ ਲੱਗਦਾ ਗੁਰੂ ਅਮਰਦਾਸ ਜੀ ਦੇ ਨਗਰ ਅੰਦਰ ਜਾਓ ਗੋਇੰਦਵਾਲ ਸਾਹਿਬ ਤੇ ਉੱਥੇ ਹਜ਼ੂਰ ਦਾ ਇੱਕ ਸਥਾਨ ਦਿਖਾਇਆ ਜਾਂਦਾ ਹੈ ਜਿਹਨੂੰ ਕਹਿੰਦੇ ਚੁਬਾਰਾ ਸਾਹਿਬ ਤੇ ਉਹਦੇ ਅੰਦਰ ਇੱਕ ਕੀਲੀ ਹੈ ਹੁਣ ਤਾਂ ਉਹਨਾਂ ਰੱਖੀ ਹੋਈ ਨਿਸ਼ਾਨੀ ਉਹਦੇ ਮੁਤਲਕ ਦੱਸਦੇ ਕਿ ਗੁਰੂ ਅਮਰਦਾਸ ਮਹਾਰਾਜ ਵੱਡੀ ਉਮਰ ਦੇ ਸਨ 72 ਵਰ੍ਹੇ ਦੀ ਉਮਰ ਵਿੱਚ ਤਾਂ ਲਿਖਿਆ ਤੇ ਗੁਰੂ ਚਰਨਾਂ ਵਿੱਚ ਗਏ ਔਰ ਸੇਵਾ ਕਰਨ ਲੱਗੇ 12 ਵਰ੍ਹੇ ਸੇਵਾ ਵੀ ਕੀਤੀ ਫਿਰ ਆਪ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ। ਉਸ ਵੇਲੇ ਦੀ ਆਪ ਦੀ ਉਸ ਵੱਡੀ ਬਿਰਧ ਅਵਸਥਾ ਦੀ 100 ਸਾਲ ਤੋਂ ਉੱਤੇ ਆਪ ਦੀ ਅਵਸਥਾ ਸੀ। ਖੜੇ ਥੱਕ ਜਾਂਦੇ ਸਨ ਜਾਂ ਸਰੀਰ ਆਲਸ ਕਰ ਜਾਂਦਾ ਹੋਏਗਾ ਤੇ ਆਪ ਉਹ ਕਿੱਲੀ ਨੂੰ ਹੱਥ ਪਾ ਕੇ ਖੜੋ ਕੇ ਰੱਬ ਦੀ ਬੰਦਗੀ ਕਰਦੇ ਰਹਿੰਦੇ ਸੀ। ਉਹ ਤਾਂ ਮਾਲਕ ਸਨ, ਉਹ ਤਾਂ ਮੁਕਤ ਰੂਪ ਸਨ। ਆਪ ਮੁਕਤ ਕਰੇ ਸੰਸਾਰ। ਆਪ ਤਾਂ ਉਸ ਪਦ ਦੇ ਮਾਲਕ ਸਨ। ਸਾਡਾ ਭਲਾ ਕਰਨ ਲਈ ਆਏ ਸੀ। ਕਿਉਂ ਕਰਦੇ ਸੀ ਇਸ ਤਰ੍ਹਾਂ? ਉਹਨਾਂ ਨੂੰ ਇੰਨੀ ਖੇਚਲ ਕਰਨ ਦੀ ਕੀ ਲੋੜ ਸੀ? ਸਿਰਫ ਸਾਨੂੰ ਇਹ ਦੱਸਣ ਲਈ ਕਿ ਇਸ ਤਰ੍ਹਾਂ ਨਾਲ ਵਾਹਿਗੁਰੂ ਦਾ ਨਾਮ ਸਿਮਰਨਾ ਕਰੋ, ਇਸ ਤਰ੍ਹਾਂ ਨਾਲ ਨਾਮ ਦੇ ਅੰਦਰ ਬਹੁਤੀ ਮਿਹਨਤ ਕਰੋ, ਕਿਉਂਕਿ ਜਿਨੀ ਨਾਮ ਤੇ ਆਇਆ ਜੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਨਾਮ ਦੀ ਮਸ਼ੱਕਤ ਕਰੋ। ਗੁਰੂ ਤੇਗ ਬਹਾਦਰ ਸ਼ਾਹ ਮਹਾਰਾਜ ਵੱਲ ਵੀ ਦੇਖੀਏ ਤਾਂ ਹਜ਼ੂਰ 26 ਵਰ੍ਹੇ ਭੋਰੇ ਦੇ ਅੰਦਰ ਨਿਵਾਸ ਕੀਤਾ। ਭੋਰੇ ਅੰਦਰ ਬੈਠੇ ਰਹਿਣਾ, ਬਾਹਰ ਜ਼ਿਆਦਾ ਨਹੀਂ ਜਾਣਾ, ਕਿਸੇ ਵਿਹਾਰ ਵਿੱਚ ਕੋਈ ਸੱਤਾ ਨਹੀਂ ਦੇਣੀ, ਕਿਸੇ ਨਾਲ ਬਹੁਤੀ ਗੱਲਬਾਤ ਨਹੀਂ ਕਰਨੀ, ਅੰਦਰ ਬਹਿ ਕੇ ਸਮਾਧੀ ਲਾ ਕੇ ਨਾਮ ਜਪਦੇ ਰਹਿਣਾ। ਗੁਰੂ ਘਰ ਅੰਦਰ ਜੇ ਦੇਖਦੇ ਹਾਂ ਤਾਂ ਬਿਲਕੁਲ ਇਹੋ ਚੀਜ਼ ਚਲੀ ਆਉਂਦੀ ਹੈ। ਤੇ ਹੁਣ ਵੀ ਗੁਰੂ ਘਰ ਅੰਦਰ ਜਿੰਨੀਆਂ ਸਾਧੂ ਸੰਤਾਂ ਦੀਆਂ ਸੰਪਰਦਾਵਾਂ ਜਦ ਉਹਨਾਂ ਨੂੰ ਦੇਖਦੇ ਹਾਂ ਨਾਮ ਜਪਦੇ ਹਾਂ, ਕੋਈ ਨਦੀ ਦੇ ਕੰਢੇ ਤੇ ਜਾ ਕੇ ਜਪਦਾ, ਕੋਈ ਰਾਤ ਨੂੰ ਕੇਸ ਬੰਨ੍ਹ ਕੇ ਜਪਦਾ, ਕੋਈ ਕਿਸੇ ਤਰ੍ਹਾਂ ਬੋਲ ਕੇ ਨਹੀਂ, ਆਪਣੀ ਸੁਰਤ ਨਾਲ ਅੰਦਰ ਸ਼ਬਦ ਦੇ ਨਾਲ ਸੁਰਤ ਨੂੰ ਜੋੜ ਕੇ ਨਾਮ ਜਪਣਾ ਕਰਦੇ ਨੇ। ਉਹ ਵਿਚਾਰ ਫਰੀਦ ਸਾਹਿਬ ਜੀ ਨੇ ਤਪ ਕੀਤਾ ਔਰ ਤਪ ਕਰਨ ਤੋਂ ਬਾਅਦ ਫਿਰ ਆਪਣੇ ਗੁਰੂ ਕੋਲ ਆ ਕੇ ਸ਼ਿਕਾਇਤ ਕੀਤੀ ਕਿ ਮਹਾਰਾਜ ਕਿਰਪਾ ਕਰੋ, ਮੈਂ ਇੰਨਾ ਤਪ ਕੀਤਾ ਪਰ ਜਿਹੜੀ ਚੀਜ਼ ਮੈਂ ਲੋੜਦਾ ਉਹਦੀ ਮੈਨੂੰ ਪ੍ਰਾਪਤੀ ਨਹੀਂ ਹੋਈ। ਤਾਂ ਮਹਾਂਪੁਰਸ਼ਾਂ ਨੇ ਉਸ ਨੂੰ ਰਸਤਾ ਦੱਸਿਆ ਕਿ ਭਾਈ ਜੰਗਲਾਂ ਜਾਣ ਦੀ ਲੋੜ ਨਹੀਂ, ਇਸ ਤਰ੍ਹਾਂ ਨਾਲ ਵਾਹਿਗੁਰੂ ਦਾ ਨਾਮ ਜਪ ਮਾਲਕ ਦਾ, ਤੇਰਾ ਭਲਾ ਹੋ ਜਾਏਗਾ। ਜਦ ਪ੍ਰਾਪਤੀ ਹੋਈ ਤੇ ਫਿਰ ਆਪ ਜੀ ਨੇ ਆਪਣੇ ਸਾਰੇ ਕੀਤੇ ਹੋਏ ਤਪ ਨੂੰ ਇਸ ਤਰ੍ਹਾਂ ਨਾਲ ਆਪਣੇ ਸ਼ਬਦਾਂ ਵਿੱਚ ਕਿਹਾ ਜਿਸ ਤਰ੍ਹਾਂ ਭਈ ਇਹਨਾਂ ਨਾਲ ਕੋਈ ਫਾਇਦਾ ਹੀ ਨਹੀਂ ਹੋਇਆ। ਜਦੋਂ ਕਿਰਪਾ ਕੀਤੀ ਮਾਲਕਾਂ ਨੇ ਤਾਂ ਮੈਨੂੰ ਆਪਣੇ ਅੰਦਰੋਂ ਹੀ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ, ਰੱਬ ਦੀ ਪ੍ਰਾਪਤੀ ਹੋ ਗਈ। ਆਓ ਇੱਕ ਵਾਰੀ ਫੇਰ ਆਪਾਂ ਫਰੀਦ ਜੀ ਦੀ ਜਿਹੜੀ ਮੌਜ ਗਿਆਨ ਤੋਂ ਬਾਅਦ ਮਾਲਕ ਦੇ ਚਰਨਾਂ ਨਾਲ ਜੁੜ ਕੇ ਮਾਲਕ ਦੀ ਜੋਤ ਵਿੱਚ ਸੁਰਤ ਨੂੰ ਲਾ ਕੇ ਆਨੰਦ ਨੂੰ ਅਨੁਭਵ ਕੀਤਾ ਨਾ, ਉਸ ਨੂੰ ਸੱਚਖੰਡ ਦੇ ਆਨੰਦ ਨੂੰ, ਮਹਾ ਆਨੰਦ ਨੂੰ, ਜਿਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਤਰ੍ਹਾਂ ਕਿਹਾ, ਆਨੰਦ ਆਨੰਦ ਸਭ ਕੋ ਕਹੇ
ਆਨੰਦ ਗੁਰੂ ਤੇ ਜਾਣਿਆ। ਆਪ ਕਹਿੰਦੇ ਸਭ ਕੋਈ ਕਹਿੰਦਾ ਮੈਂ ਆਨੰਦ ਹਾਂ। ਰੋਟੀ ਪੁੱਛੋ ਆਨੰਦ ਜੀ, ਆਪ ਕਹਿੰਦੇ ਨੇ ਹਾਲ ਚਾਲ ਪੁੱਛੋ ਬੜੇ ਖੁਸ਼ ਆਨੰਦ ਹਾਂ ਜੀ, ਬੜੀ ਕਿਰਪਾ ਹੈ। ਔਰ ਜਿਹੜੇ ਨਾਮ ਜਪਣ ਵਾਲੇ ਤਪ ਕਰਨ ਵਾਲੇ ਹੈ ਉਹਨਾਂ ਨੂੰ ਵੀ ਪੁੱਛੋ, ਉਹ ਵੀ ਕਹਿੰਦੇ ਬੜੇ ਆਨੰਦ 'ਚ। ਮਗਰ ਸਾਹਿਬ ਜੀ ਕਹਿੰਦੇ ਨੇ ਆਨੰਦ ਕਹਿ ਲੈਣਾ ਇਹ ਕੁਛ ਹੋਰ ਗੱਲ ਹੈ। ਆਨੰਦ ਰੂਪ ਉਹ ਵਾਹਿਗੁਰੂ ਹੈ, ਉਹਦੀ ਪ੍ਰਾਪਤੀ ਗੁਰੂ ਨਾਲ ਹੀ ਕਹੀ ਹੈ, ਮਾਲਕ ਦੀ ਕਿਰਪਾ ਕਰਕੇ। ਬਿਨਾਂ ਗੁਰੂ ਕਿਰਪਾ ਤੋਂ ਆਨੰਦ ਦੀ ਪ੍ਰਾਪਤੀ ਕਿਸੇ ਨੂੰ ਹੁੰਦੀ ਨਹੀਂ। ਤਾਂ ਸਭਾਂ ਕਿਹਾ ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ